ਵੱਡੀ ਖਬਰ ਇਸ ਸਮੇਂ ਦੀ ਸ਼ੰਭੂ ਬਾਰਡਰ ਦੇ ਉੱਤੇ ਪਹੁੰਚ ਗਿਆ ਲੱਖਾ ਸਿਧਾਣਾ ਦਾ ਕਾਫਲਾ। ਕਾਫਲੇ ਦੇ ਨਾਲ ਦਿੱਲੀ ਦੇ ਵੱਲ ਕੂਚ ਕਰ ਰਿਹਾ ਲੱਖਾ ਸਿਧਾਣਾ। ਸਿੰਘੂ ਬਾਰਡਰ ਦੇ ਉੱਤੇ ਜੋ KMP ਦੇ ਉੱਤੇ ਧਰਨਾ ਦਿੱਤਾ ਜਾਣਾ ਉਸ ਦੇ ਵਿੱਚ ਸ਼ਾਮਲ ਹੋਏਗਾ ਲੱਖਾ ਸਿਧਾਣਾ। ਕਿਸਾਨ ਜਥੇਬੰਦੀਆਂ ਦੇ ਵੱਲੋਂ ਐਲਾਨ ਕੀਤਾ ਗਿਆ ਹੈ 10 ਤਰੀਕ ਸ਼ਨੀਵਾਰ ਨੂੰ ਸਵੇਰੇ 11 ਵਜੇ ਤੋਂ ਲੈ ਕੇ 11 ਤਰੀਕ ਸਵੇਰੇ 11 ਵਜੇ ਤੱਕ 24 ਘੰਟੇ ਦਾ KMP ਜਾਮ ਦਾ, ਤੇ ਉਸ ਜਾਮ ਦੇ ਵਿੱਚ ਉਸ ਪੂਰੇ ਧਰਨੇ ਪ੍ਰਦਰਸ਼ਨ ਦੇ ਵਿੱਚ ਲੱਖਾ ਸਿਧਾਣਾ ਦੇ ਵੱਲੋਂ ਪੇਸ਼ ਹੋਣ ਦਾ, ਸ਼ਾਮਲ ਹੋਣ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਗਿਆ ਸੀ। ਮਸਤੂਆਣਾ ਸਾਹਿਬ ਤੋਂ ਲੱਖਾ ਸਿਧਾਣਾ ਅੱਜ ਮਸਤੂਆਣਾ ਸਾਹਿਬ ਤੋਂ ਉਸਦਾ ਕਾਫਲਾ ਰਵਾਨਾ ਹੋਇਆ ਤੇ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਹਰਿਆਣਾ ਦੇ ਵਿੱਚ ਐਂਟਰ ਕਰ ਰਿਹਾ ਹੈ। ਸ਼ੰਭੂ ਬਾਰਡਰ ਦੇ ਉੱਤੇ ਪਹੁੰਚਿਆ ਹੈ ਲੱਖਾ ਸਿਧਾਣਾ ਆਪਣੇ ਪੂਰੇ ਕਾਫਲੇ ਦੇ ਨਾਲ ਦਿੱਲੀ ਦੇ ਵੱਲ ਕੂਚ ਕਰ ਰਿਹਾ ਹੈ। ਸਿੱਧਾ ਰੁਕ ਕਰਦੇ ਹਾਂ ਸਾਡੇ ਸਹਿਯੋਗੀ ਇਸ ਸਮੇਂ ਸਾਡੇ ਨਾਲ ਜੁੜ ਰਹੇ ਨੇ ਰੋਹਿਤ ਬੰਸਲ। ਰੋਹਿਤ, ਓਵਰ ਟੂ ਯੂ। बिल्कुल इस वक्त जो पंजाब हरियाणा का बॉर्डर है, जो शंभू बॉर्डर उत्थे पहुंच चुका। तुसीं सामने तस्वीरां जरिए देख सकते हो कि जो कैंटर है इस कैंटर के उत्ते पहला लखा सिधाना चढ़िया होया सीगा और उस तो बाद लखे सिधाने ने हुण एक गड्डी दे विच सवार हो गया। और जेकर तुसीं तस्वीरां देखोगे, तस्वीरां दे विच तुहानूं नज़र आएगा कि जिहड़ा काफला हैगा पंजाब तो हरियाणा दे विच दाखिल हो रहा। और दूजे पासे जेकर मैं गौरव तुहानूं तस्वीरां दिखा देवां तां हरियाणा की पुलिस भी जिहड़ी सामने नज़र आ रही है, पर लगदा नहीं कि लखे सिधाने दे कोई एक्शन हरियाणा लिया जाएगा। तुसी तस्वीरां जरिए देख सकते हो साहब खड़े नजर आ रहे हैं और ट्रैफिक नू रास्ता दिखा रहे हैं, बल्कि कोई एक्शन नहीं ले रहे। और दूजे पासे दियां तस्वीरां के पंजाब दे ਚੱਲਿਆ ਹੋਇਆ ਕਾਫਲਾ ਜਿਹੜਾ ਹਰਿਆਣੇ ਦੇ ਵਿੱਚ ਦਾਖਲ ਹੋ ਰਿਹਾ। ਕਿਸਾਨ ਆਗੂ ਇੱਕ ਚੀਜ਼ ਦਾ ਗੌਰਵ ਐਲਾਨ ਕਰ ਚੁੱਕੇ ਨੇ। ਕਿਸਾਨ ਆਗੂਆਂ ਨੇ ਕਿਹਾ ਕਿ ਲੱਖਾ ਸਿਧਾਣਾ ਸਾਡੀ ਪੱਗ ਹੈ ਔਰ ਅਸੀਂ ਆਪਣੀ ਪੱਗ ਨੂੰ ਕਦੇ ਵੀ ਲੈਣ ਨਹੀਂ ਦੇਵਾਂਗੇ। ਔਰ ਦੂਜੇ ਪਾਸੇ ਇੱਕ ਜਥੇਬੰਦੀਆਂ ਦਾ ਵੱਡਾ ਐਲਾਨ ਇਸ ਨੂੰ ਕਹਿ ਸਕਦੇ ਹਾਂ, ਜਿਸ ਤਰ੍ਹਾਂ ਦਾ ਐਲਾਨ ਅੱਜ ਕੀਤੇ ਗਏ ਨੇ ਕਿ ਲੱਖਾ ਸਿਧਾਣਾ ਸਾਡੀ ਗਲਵੱਕੜੀ ਦੇ ਵਿੱਚ ਹੈ ਔਰ ਸਾਡੀ ਲੱਖਾ ਸਿਧਾਣਾ ਪੱਗ ਹੈ, ਅਸੀਂ ਲੱਖਾ ਹੁਣ ਪੱਗ ਨੂੰ ਸਿਰ ਤੋਂ ਲਾਉਣ ਨਹੀਂ ਦੇਵਾਂਗੇ। ਜੇਕਰ ਪੰਜਾਬੀ ਦੀ ਗੱਲ ਕਰੀਏ ਤਾਂ ਇੱਕ ਪੰਜਾਬੀ ਜਾਂ ਇੱਕ ਕਿਸਾਨ ਆਪਣਾ ਸਿਰ ਤਾਂ ਕਟਵਾ ਸਕਦਾ ਪਰ ਆਪਣੀ ਪੱਗ ਨਹੀਂ ਲਵਾ ਸਕਦਾ। ਕੁਝ ਇਸ ਤਰ੍ਹਾਂ ਦੇ ਐਲਾਨ ਨੇ ਜਿਹੜੇ ਉਹ ਕੀਤੇ ਗਏ ਨੇ। ਔਰ ਕਾਫਲਾ ਬਿਲਕੁਲ ਸਿੱਧੀਆਂ ਤਸਵੀਰਾਂ ਨਿਊਜ਼ 18 ਪੰਜਾਬ ਦੇ ਜ਼ਰੀਏ ਜਿਹੜਾ ਕਾਫਲਾ ਲੱਖੇ ਸਿਧਾਣੇ ਦਾ ਕਾਫਲਾ ਸਿੱਧਾ ਬਾਰਡਰ ਤੋਂ ਸ਼ੰਭੂ ਬਾਰਡਰ ਤੋਂ ਪੰਜਾਬ ਤੋਂ ਹਰਿਆਣਾ ਦੇ ਵਿੱਚ ਦਾਖਲ ਹੋ ਚੁੱਕਿਆ। ਪਹਿਲੀ ਗੱਡੀ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ, ਜਿਹੜੀ ਪਹਿਲੀ ਗੱਡੀ ਹੈ ਇਹ ਗੱਡੀ ਐਂਟਰ ਹੋ ਚੁੱਕੀ ਹੈਗੀ ਕਾਫਲੇ ਦੇ ਰੂਪ ਦੇ ਵਿੱਚ। ਜਿਹੜਾ ਕਾਫਲਾ ਹਜ਼ਾਰਾਂ ਦਾ ਕਾਫਲਾ ਸੀ ਔਰ ਮਸਤੂਆਣਾ ਸਾਹਿਬ ਤੋਂ ਕਰੀਬ 1-2 ਵਜੇ ਚੱਲੇ। ਤੇ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ। ਸ਼ੰਭੂ ਬਾਰਡਰ ਤੋਂ ਤੁਹਾਨੂੰ ਦੱਸ ਦਈਏ ਕਿ ਹਰਿਆਣਾ ਦੇ ਵਿੱਚ ਐਂਟਰੀ ਹੋ ਰਹੀ ਹੈ ਇਸ ਸਮੇਂ। ਇਸ ਪੂਰੇ ਕਾਫਲੇ ਦੀ ਵੱਡਾ ਕਾਫਲਾ ਹੈ ਤੇ ਹਰਿਆਣਾ ਦੇ ਵਿੱਚ ਦਾਖਲ ਹੋਇਆ ਲੱਖਾ ਸਿਧਾਣਾ। ਪਹਿਲਾਂ ਇੱਕ ਕੈਂਟਰ ਦੇ ਵਿੱਚ ਮੌਜੂਦ ਸੀ ਤੇ ਉਸ ਤੋਂ ਬਾਅਦ ਹੁਣ ਕਾਰ ਦੇ ਵਿੱਚ ਹੈ। ਦੇਖੋ ਲੱਖਾ ਸਿਧਾਣਾ ਦਾ ਜ਼ਿਕਰ ਹੋ ਰਿਹਾ ਕਿਉਂਕਿ ਕਿਸਾਨ ਜਥੇਬੰਦੀਆਂ ਨੇ ਕਿਨਾਰਾ ਕੀਤਾ ਲੱਖਾ ਸਿਧਾਣਾ ਤੇ ਦੀਪ ਸਿੱਧੂ ਤੋਂ, ਪਰ ਉਸ ਤੋਂ ਬਾਅਦ ਮੀਟਿੰਗਾਂ ਦਾ ਦੌਰ ਚੱਲਦਾ ਰਿਹਾ। ਕਈ ਲੋਕਾਂ ਦੇ ਵੱਲੋਂ ਵਿਚੋਲਗੀ ਕੀਤੀ ਗਈ, ਗੱਲਬਾਤ ਦੇ ਲਈ ਉਹ ਅੱਗੇ ਆਏ, ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਹੋਈ ਤੇ ਉਸ ਤੋਂ ਬਾਅਦ ਹੁਣ ਜਥੇਬੰਦੀਆਂ ਦੇ ਨਾਲ ਲੱਖਾ ਸਿਧਾਣਾ ਇੱਕ ਵਾਰ ਫਿਰ ਤੋਂ ਨਜ਼ਰ ਆਏਗਾ। ਲੱਖੇ ਦੇ ਵੱਲੋਂ ਇਹ ਵੀ ਜ਼ਿਕਰ ਕੀਤਾ ਗਿਆ ਸੀ ਕਿ ਉਹ ਦਿੱਲੀ ਦੇ ਵੱਲ ਕੂਚ ਕਰੇਗਾ ਤੇ ਜਿੱਥੇ ਜਥੇਬੰਦੀਆਂ ਕਹਿਣਗੀਆਂ ਉੱਥੇ ਜ਼ਰੂਰ ਪਹੁੰਚੇਗਾ। ਹੁਣ KMP ਦੇ ਉੱਤੇ ਜਾਮ ਦਾ ਐਲਾਨ ਕੀਤਾ ਗਿਆ 24 ਘੰਟੇ ਦਾ ਤੇ ਉਸ 24 ਘੰਟੇ ਦੇ ਜਾਮ ਦੇ ਐਲਾਨ ਦੇ ਵਿਚਾਲੇ ਲੱਖਾ ਸਿਧਾਣਾ ਵੀ ਉਸ ਦੇ ਵਿੱਚ ਸ਼ਾਮਲ ਹੋਏਗਾ। ਜੋ KMP ਦੇ ਉੱਤੇ ਕੁੰਡਲੀ ਮਾਨੇਸਰ ਪਲਵਲ ਐਕਸਪ੍ਰੈਸਵੇ ਦੇ ਉੱਤੇ ਜਾਮ ਲਗਾਇਆ ਜਾਣਾ ਕਿਸਾਨ ਜਥੇਬੰਦੀਆਂ ਦੇ ਵੱਲੋਂ 24 ਘੰਟੇ ਦਾ, ਉਸ ਦੇ ਵਿੱਚ ਲੱਖਾ ਜੀ ਬਿਲकुल इस वक्त ਜਿਹੜੀਆਂ ਤਸਵੀਰਾਂ ਨੇ ਤੁਹਾਨੂੰ ਨਜ਼ਰ ਆ ਰਹੀਆਂ ਨੇ ਪੰਜਾਬ ਹਰਿਆਣਾ ਬਾਰਡਰ ਦੀਆਂ ਤਸਵੀਰਾਂ ਨੇ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਪਹੁੰਚੇ ਹੋਏ ਨੇ। जेकर ऊपर तुसी तस्वीरां देखोगे तो भाना सिद्धू एक सोशल मीडिया ते काफी एक्टिव नजर आता। और विशेष गल यह है कि इस बॉर्डर ते स्वागत करने के लिए नवदीप पहुंचा होया। नवदीप वही व्यक्ति है जदों 26 तरीक नूं 26 नवंबर नूं काफले दिल्ली वाल नूं वध रहे सन तां गुरनाम सिंह चडूनी दे जदों काफले नूं रोकिया जांदा तां नवदीप एक व्यक्ति सी जिहड़ा वाटर कैनन दे उत्ते चढ़दा और जिहड़ी पानी वालीआं बशारां उसदे मूंह मोड़ के पुलिस वाले पासे कर दिंदा। तां उस तो बाद एक मेन चर्चा दे विच नवदीप आया सी तां नवदीप अज स्वागत दे लई हज़ारां जिहड़े हरियाणे दे नौजवान उन्हां दे नाल इत्थे पहुंचिया होया और उन्हां दे स्वागत दे लई इत्थे पहुंचिया होया हैगा। सो तस्वीरां तुहानूं दिखा रहे हैं। जदों पंजाब दे विच लखा सिधाने ने रैली कीती सी तां उस समय बहुत सारियां पार्टियां सवाल चुक रहीआं सी कि पंजाब सरकार लखे सिधाने नाल मिली हुई है, कांग्रेस दी मिली भुगत दे नाल लखे सिधाने नूं अरेस्ट नहीं कीता जा रहा। पर इस वक्त जो काफला है वो हरियाणे दे विच दाखिल हो रहा है। और जेकर गल करिए हरियाणे दी तां हरियाणे दे विच BJP दी सरकार है और ਜਿਹੜੇ ਰਾਸਤੇ ਤੋਂ ਦਾਖਲ ਹੋਇਆ ਗਿਆ, ਜਿਹੜੇ ਰਾਸਤੇ ਦੀ ਅਸੀਂ ਗੱਲ ਕਰੀਏ, ਜੇਕਰ ਸਭ ਤੋਂ ਪਹਿਲਾ ਜਿਹੜਾ ਸ਼ਹਿਰ ਆ ਰਿਹਾ ਉਹ ਅੰਬਾਲਾ ਸ਼ਹਿਰ ਆ ਰਿਹਾ। ਅੰਬਾਲੇ ਤੋਂ ਹੀ गृह मंत्री ने हरियाणे के अनिल
ਵਿੱਚ ਹੈ ਕਿ ਹਰਿਆਣਾ ਪੁਲਿਸ ਵੱਲੋਂ ਕੋਈ ਐਕਸ਼ਨ ਲਿਆ ਜਾਂਦਾ ਜਾਂ ਨਹੀਂ। ਹਰਿਆਣਾ ਪੁਲਿਸ ਦੇ ਜਵਾਨ ਤੁਸੀਂ ਨਜ਼ਰ ਆ ਸਕਦੇ ਹੋ ਕਿ ਜਿਹੜੇ ਹਰਿਆਣਾ ਪੁਲਿਸ ਦੇ ਜਵਾਨ ਉਹਨਾਂ ਵੱਲੋਂ ਟ੍ਰੈਫਿਕ ਜ਼ਰੂਰ ਕਲੀਅਰ ਕੀਤਾ ਜਾ ਰਿਹਾ, ਪਰ ਕਿਤੇ ਵੀ ਅਰੈਸਟ ਕਰਨ ਦੀ ਗੱਲ ਜਾਂ ਕਿਤੇ ਵੀ ਬੈਰੀਕੇਡ ਕਰਨ ਦੀ ਗੱਲ ਜਿਹੜੀ ਹਰਿਆਣਾ ਪੁਲਿਸ ਵੱਲੋਂ ਨਜ਼ਰ ਨਹੀਂ ਆ ਰਹੀ ਹੈ। ਸੋ ਤਸਵੀਰਾਂ ਤੁਹਾਨੂੰ ਇਸ ਵਕਤ ਜਿਹੜੀਆਂ ਦਿਖਾ ਰਹੇ ਆ ਉਹ ਪੰਜਾਬ ਹਰਿਆਣਾ ਦੇ ਸ਼ੰਭੂ ਬਾਰਡਰ ਤੋਂ ਤਸਵੀਰਾਂ। ਸੋ ਹੁਣ ਤੋਂ ਕੁਝ ਦੇਰ ਬਾਅਦ ਜਦੋਂ ਇਹ ਕਾਫਲਾ ਚੱਲੇਗਾ ਤਾਂ ਸ਼ੰਭੂ ਤੋਂ ਸਿੰਘੂ ਤੱਕ ਦਾ ਇਹ ਕਾਫਲਾ, ਔਰ ਕੱਲ ਦੀ ਜਿਹੜੀ ਗੱਲ ਹੈ, ਕੱਲ KMP ਮਾਰਗ ਹੈ ਜਿਹੜਾ KMP ਹੈਗਾ ਉਸ ਨੂੰ ਸਵੇਰੇ 8 ਤੋਂ ਲੈ ਕੇ ਅਗਲੇ ਦਿਨ ਦੇ ਸਵੇਰੇ 8 ਵਜੇ ਤੱਕ 24 ਘੰਟਿਆਂ ਲਈ ਜਾਮ ਕੀਤਾ ਜਾਏਗਾ, ਜੋ ਹੁਣ ਤੱਕ ਦਾ ਅਸੀਂ ਕਹਿ ਸਕਦੇ ਹਾਂ ਕਿ ਸਭ ਤੋਂ ਲੰਮੀ ਕਾਲ ਹੈ ਜਿਹੜੀ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੀ ਗਈ ਹੈ। ਇਸ ਤੋਂ ਜਿਹੜੀ ਪਹਿਲਾਂ ਦੀ ਕਾਲ ਸੀ ਉਹ 12 ਘੰਟੇ ਬੰਦ ਸੀ, ਜਿਸ ਦੇ ਵਿੱਚ ਪੂਰੇ ਭਾਰਤ ਨੂੰ 12 ਘੰਟੇ ਬੰਦ ਕਰਨ ਦੀ ਗੱਲ ਕੀਤੀ ਗਈ ਸੀ, ਔਰ ਟ੍ਰੈਫਿਕ ਨੂੰ ਹਰਿਆਣਾ ਪੁਲਿਸ ਜ਼ਰੂਰ ਕਲੀਅਰ ਕਰਵਾ ਰਹੀ ਹੈ, ਪਰ ਕਿਸੇ ਵੀ ਤਰ੍ਹਾਂ ਦਾ ਅਰੈਸਟ ਹੈਗਾ ਉਹ ਨਜ਼ਰ ਇੱਥੇ ਨਹੀਂ ਆ ਰਿਹਾ। ਤਸਵੀਰਾਂ ਤੁਹਾਨੂੰ ਸਾਹਮਣੇ ਦਿਖਾ ਦਿੰਦੇ ਆ, ਇਹੀ ਉਹ ਕੈਂਟਰ ਹੈ ਜਿਸ ਦੇ ਵਿੱਚ ਲੱਖਾ ਸਿਧਾਣਾ ਸਵਾਰ ਸੀ। ਹਾਲਾਂਕਿ ਹੁਣ ਤੋਂ ਕੁਝ ਦੇਰ ਪਹਿਲਾਂ ਜਦੋਂ ਪਟਿਆਲਾ ਨੂੰ ਕ੍ਰਾਸ ਕੀਤਾ ਤਾਂ ਪਟਿਆਲਾ ਦੇ ਨੇੜੇ ਆ ਕੇ ਲੱਖਾ ਸਿਧਾਣਾ ਇੱਕ ਗੱਡੀ ਦੇ ਵਿੱਚ ਸ਼ਿਫਟ ਹੋ ਗਿਆ ਸੀ, ਔਰ ਲੱਗਦਾ ਕਿ ਸ਼ਾਇਦ ਉਹ ਗੱਡੀ ਹਰਿਆਣਾ ਦੇ ਵਿੱਚ ਦਾਖਲ ਹੋ ਕੇ ਅੱਗੇ ਵੀ ਲੰਘ ਚੁੱਕੀ ਹੈ। ਸੋ ਲੱਖਾ ਸਿਧਾਣਾ ਸੋਸ਼ਲ ਮੀਡੀਆ ਤੇ ਆਉਂਦੇ ਨੇ, ਸੋਸ਼ਲ ਮੀਡੀਆ ਤੇ ਆ ਕੇ ਇੱਕ ਐਲਾਨ ਲੱਖੇ ਸਿਧਾਣੇ ਵੱਲੋਂ ਕੀਤਾ ਜਾਂਦਾ ਹੈ ਕਿ 9 ਜਿਹੜੀ ਅਪ੍ਰੈਲ ਹੈ ਉਸ ਨੂੰ ਅਸੀਂ ਗੁਰਦੁਆਰਾ ਸ਼੍ਰੀ ਮਸਤੂ ਤੋਂ ਚੱਲਾਂਗੇ, ਔਰ ਅੱਗੇ ਚੱਲ ਕੇ 10 ਤਰੀਕ ਨੂੰ ਜਿਹੜਾ ਜਾਮ ਹੈਗਾ ਉਹ ਲਗਾਇਆ ਜਾਏਗਾ। ਸੋ ਉਸੇ ਤਰ੍ਹਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਨਜ਼ਰ ਆ ਰਹੀਆਂ ਨੇ, ਔਰ ਇਸ ਵਕਤ ਦੀਆਂ ਤਸਵੀਰਾਂ ਬਿਲਕੁਲ ਸਿੱਧੀਆਂ ਤਸਵੀਰਾਂ ਤੁਹਾਨੂੰ ਜਿਹੜੀ ਪੰਜਾਬ ਹਰਿਆਣਾ ਬਾਰਡਰ ਦੇ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਕਿ ਕਿਸ ਤਰ੍ਹਾਂ ਜਿਹੜੇ ਇੱਕ ਕੈਂਟਰ ਦੇ ਉੱਤੇ ਜਿਹੜੇ ਨੌਜਵਾਨ ਨੇ ਉਹ ਸਵਾਰ ਨੇ, ਔਰ ਨੌਜਵਾਨਾਂ ਵੱਲੋਂ ਸੋ ਇਸ ਵਕਤ ਬਲਦੇਵ ਸਿੰਘ ਸਰਸਾ ਜਿਹੜੇ ਇੱਕ ਕਿਸਾਨ ਆਗੂ ਨੇ ਉਹ ਸੰਬੋਧਨ ਕਰ ਰਹੇ ਨੇ। ਬਲਦੇਵ ਸਿੰਘ ਸਰਸਾ ਇਸ ਵਕਤ ਉੱਪਰ ਚੜੇ ਹੋਏ ਨੇ, ਨਵਦੀਪ ਤੁਹਾਨੂੰ ਨਜ਼ਰ ਆਏਗਾ, ਇਸ ਤੋਂ ਇਲਾਵਾ ਜਿਹੜਾ ਭਾਨਾ ਸਿੱਧੂ ਹੈ ਭਾਨਾ ਸਿੱਧੂ ਤੁਹਾਨੂੰ ਨਜ਼ਰ ਆ ਰਿਹਾ ਹੈਗਾ, ਔਰ ਨੌਜਵਾਨ ਲੱਖੇ ਸਿਧਾਣੇ ਦੇ ਮਗਰ ਵੱਡੀ ਗਿਣਤੀ ਦੇ ਵਿੱਚ ਮੰਨੇ ਜਾਂਦੇ ਨੇ। ਸੋ ਅੱਜ ਲੱਖੇ ਸਿਧਾਣੇ ਨਾਲ ਵੀ ਜਦੋਂ ਗੱਲ ਕਰ ਰਹੀ ਸੀ ਤਾਂ ਲੱਖੇ ਸਿਧਾਣੇ ਵੱਲੋਂ ਕਿਹਾ ਗਿਆ ਕਿ ਦੀਪ ਸਿੱਧੂ ਦੀ ਵੀ ਇਸ ਅੰਦੋਲਨ ਦੇ ਵਿੱਚ ਵਾਪਸੀ ਹੋਣੀ ਚਾਹੀਦੀ ਹੈ। ਹਾਲਾਂਕਿ ਦੀਪ ਸਿੱਧੂ ਦੀ ਜ਼ਮਾਨਤ ਨੂੰ ਲੈ ਕੇ ਜਿਹੜਾ ਫੈਸਲਾ ਹੈਗਾ ਉਹ 12 ਅਪ੍ਰੈਲ ਨੂੰ ਕੀਤਾ ਜਾਣਾ, ਪਰ ਉਸ ਤੋਂ ਪਹਿਲਾਂ ਜਿਹੜੇ ਕਿਸਾਨ ਆਗੂਆਂ ਨੇ ਜਿਹੜਾ ਪਰਸੋਂ 8 ਵਜੇ ਤੱਕ KMP ਕੇ ਰਜਣਾ, ਉਸ ਤੋਂ ਬਾਅਦ 13 ਤਾਰੀਖ ਨੂੰ ਵਿਸਾਖੀ ਦਾ ਪੁਰਬ ਬਹੁਤ ਵੱਡੀ ਪੱਧਰ ਤੇ 14 ਤਾਰੀਖ ਨੂੰ ਵੀ ਦਿਹਾੜਾ ਮਨਾਇਆ ਜਾਣਾ। ਉਸ ਤੋਂ ਬਾਅਦ ਅਗਲੇ ਪ੍ਰੋਗਰਾਮ ਦਿੱਤੇ ਜਾਣੇ ਨੇ ਅਤੇ ਪਾਰਲੀਮੈਂਟ ਹਾਊਸ ਨੂੰ ਜਾਣ ਦਾ ਵੀ ਜਿਹੜਾ ਉਹ ਪ੍ਰੋਗਰਾਮ ਦਿੱਤਾ ਜਾ ਰਿਹਾ ਹੈ। ਉਹਦਾ ਜਿਹੜਾ ਪ੍ਰੋਗਰਾਮ ਹੈ ਉਹ ਕਿਸ ਤਰੀਕੇ ਦੇ ਨਾਲ ਅਸੀਂ ਉੱਥੇ ਜਾਣਾ ਹੈ, ਕਿਵੇਂ ਜਾਣਾ ਹੈ, ਕਿੰਨੀ ਤਰੀਕ ਨੂੰ ਜਾਣਾ ਹੈ, ਕਿੰਨਾ ਸਮਾਂ ਉੱਥੇ ਲਾ ਕੇ ਆਉਣਾ ਹੈ, ਉਹ ਸਾਰਾ ਅੱਗੇ ਮੀਟਿੰਗਾਂ ਦੇ ਵਿੱਚ ਪ੍ਰੋਗਰਾਮ ਐਲਾਨ ਕੀਤਾ ਜਾਏਗਾ। ਉਸੇ ਹਿਸਾਬ ਨਾਲ ਵੀ ਚੱਲਣਾ ਹੈ। ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਖਿਮਾ ਦਾ ਜਾਤ ਕਹਾ, ਮੈਨੂੰ ਉਮੀਦ ਹੈ ਕਿ ਤੁਸੀਂ ਜਿਸ ਤਰ੍ਹਾਂ ਹੁਣ ਤੱਕ ਇਸ ਸੰਘਰਸ਼ ਨੂੰ ਸ਼ਾਂਤਮਈ ਰਹਿ ਕੇ ਪੂਰੇ ਸੰਸਾਰ ਦਾ ਇਹ ਸੰਘਰਸ਼ ਬਣਾ ਦਿੱਤਾ ਤੇ ਅੱਗੇ ਵੀ ਇਸੇ ਤਰ੍ਹਾਂ ਨੂੰ ਸੋ ਕੁਝ ਇਸ ਤਰ੍ਹਾਂ ਦੇ ਜਿਹੜੇ ਪੋਸਟਰ ਉਹ ਤੁਹਾਨੂੰ ਨਜ਼ਰ ਆ ਰਹੇ ਨੇ ਕਿ ਗਲਤ ਨੂੰ ਗਲਤ ਖੁੱਲ ਕੇ ਕਹੋ, ਇਤਿਹਾਸ ਟਕਰਾਉਣ ਦਾ ਲਿਖਿਆ ਜਾਏਗਾ, ਤਲਵੇ ਚੱਟਣ ਵਾਲਿਆਂ ਦਾ ਨਹੀਂ। ਪੰਜਾਬ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਔਰ ਇੱਕ ਪਾਸੇ ਜਿੱਥੇ ਦੀਪ ਸਿੱਧੂ ਦੀ ਫੋਟੋ ਹੈ ਤਾਂ ਦੂਜੇ ਪਾਸੇ ਲੱਖਾ ਸਿਧਾਣਾ ਦੀ ਫੋਟੋ ਹੈ ਉਹ ਨਜ਼ਰ ਆ ਰਹੀ ਹੈ, ਔਰ ਜਿਹੜੀਆਂ ਤਸਵੀਰਾਂ ਪੰਜਾਬ ਹਰਿਆਣਾ ਬਾਰਡਰ ਦੀ ਤੋਂ ਜਿਹੜਾ ਕਾਫਲਾ ਉਹ ਹਰਿਆਣਾ ਦੇ ਵਿੱਚ ਦਾਖਲ ਹੋ ਚੁੱਕਿਆ ਹੈਗਾ। ਜਿਹੜਾ ਲੱਖੇ ਸਿਧਾਣੇ ਦੁਆਰਾ ਸ਼੍ਰੀ ਮਸਤੂਆਣਾ ਸਾਹਿਬ ਤੋਂ ਸ਼ੁਰੂ ਕੀਤਾ ਗਿਆ ਕਾਫਲਾ ਇਸ ਵਕਤ ਹਰਿਆਣੇ ਦੇ ਵਿੱਚ ਦਾਖਲ ਹੋ ਚੁੱਕਿਆ ਹੈਗਾ। ਹਰਿਆਣਾ ਪੁਲਿਸ ਦੇ ਜਵਾਨ ਵੀ ਲੱਗੇ ਹੋਏ ਨੇ, ਪਰ ਕਿਸੇ ਵੀ ਤਰ੍ਹਾਂ ਦਾ ਉਸ ਤਰ੍ਹਾਂ ਦਾ ਲੱਗ ਨਹੀਂ ਰਿਹਾ ਕਿ ਅਰੈਸਟ ਕੀਤਾ ਜਾਏਗਾ। ਲੱਗ ਰਿਹਾ ਕਿ ਇੱਕ ਰਾਸਤਾ ਸਾਫ਼ ਜ਼ਰੂਰ ਕੀਤਾ ਜਾ ਰਿਹਾ, ਔਰ ਅੱਜ ਕਰੀਬ ਦੇਰ ਰਾਤ ਤੱਕ ਇਹ ਕਾਫਲਾ ਦਿੱਲੀ ਪਹੁੰਚੇਗਾ। ਔਰ ਅਸੀਂ ਕਹਿ ਸਕਦੇ ਹਾਂ ਕਿ ਇੱਕ ਲੰਬੇ ਸਮੇਂ ਬਾਅਦ ਕਰੀਬ 2 ਮਹੀਨਿਆਂ ਬਾਅਦ ਜਿਹੜੀ ਲੱਖੇ ਸਿਧਾਣੇ ਦੀ ਇੱਕ ਜਿਹੜੀ ਐਂਟਰੀ ਹੈ ਉਹ ਕਿਸਾਨ ਅੰਦੋਲਨ ਦੇ ਵਿੱਚ ਹੋਣ ਜਾ ਰਹੀ ਹੈ। ਲੱਖੇ ਸਿਧਾਣੇ ਦੀ ਜਿਹੜੀ ਉਹ ਦਿੱਲੀ ਦੇ ਸਿੰਘੂ ਬਾਰਡਰ ਤੇ ਹੋਣ ਜਾ ਰਹੀ ਹੈ। ਲੱਖੇ ਸਿਧਾਣੇ ਦੇ ਲਈ ਪਿਛਲੇ ਦਿਨਾਂ ਵਿੱਚ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਸੀ ਕਿ ਲੱਖੇ ਸਿਧਾਣੇ ਨੂੰ ਮੇਨ ਸਟੇਜ ਤੇ ਬੋਲਣ ਦਿੱਤਾ ਜਾਏਗਾ। 26 ਤਰੀਕ ਦੀ ਘਟਨਾ ਤੋਂ ਬਾਅਦ ਲਗਾਤਾਰ ਲੱਖਾ ਸਿਧਾਣਾ ਜਿਹੜੇ ਰੂਪੋਸ਼ ਨਜ਼ਰ ਆ ਰਹੇ ਸਨ, ਔਰ ਲੱਖਾ ਸਿਧਾਣਾ ਵੱਲੋਂ ਵੀ ਐਲਾਨ ਕੀਤਾ ਗਿਆ ਸੀ ਕਿ ਜਦੋਂ ਵੀ ਮੇਰੀ ਕੋਈ ਵੀ ਮਦਦ ਦੀ ਲੋੜ ਹੋਈ ਤਾਂ ਮੈਂ ਅੰਦੋਲਨ ਦੇ ਵਿੱਚ ਪਹੁੰਚਾਂਗਾ। ਪਹਿਲਾਂ ਮੈਂ ਗੁਪਤ ਤਰੀਕੇ ਨਾਲ ਮੈਂ ਰੂਪਪੋਸ਼ ਹੋ ਕੇ ਮੈਂ ਅੰਡਰਗਰਾਉਂਡ ਹੋ ਕੇ ਜਿਹੜਾ ਕੰਮ ਕਰ ਰਿਹਾ ਸੀ, ਔਰ ਹੁਣ ਜੇਕਰ ਮੇਰੀ ਲੋੜ ਆਈ ਹੈ ਤਾਂ ਮੈਂ ਸਾਹਮਣੇ ਆ ਕੇ ਕੰਮ
काम कर रहे हैं। सो लखा सदाना जिस चीज़ का दावा कर रही सी वो कल नज़र आएगा जो करीब सवेरे 8 वजे जो अंदोलन के जी एक कॉल दी गई है संयुक्त किसान मोर्चा वालों कि सवेरे 8 बजे तो लैके 10 तरीक के सवेरे 8 बजे तो लैके 11 तरीक के सवेरे 8 बजे तक है जो KMP मार्ग है जो कुंडली पलवल मानेसर मार्ग है जो उसनू जाम किया जाएगा 24 घंटिया के लिए उस चीज़ को जाम किया जाएगा। और इस तो इलावा आने वाले दिनों के संसद के घिराव को लैके कुछ वड्डे ऐलान है वो किए जा सकते हैं। जिस तरह का जिक्र अज बलदेव सिंह सिरसा कर रहे सन कि असी संसद वाल नूं कूच करांगे, उत्थे कितनी देर लिए बैठना है ये हाले तक असी दस नहीं सकते पर उत्थे जरूर बैठा जाएगा। और कितनी देर का यह जिहड़ा उत्थे मोर्चा लग सकता है कि कितनी देर तक उत्थे बैठ सकते हैं ये फिलहाल कुछ नहीं कह सकते। उस दे लिए ऐलान किया जाना है कि कितनी देर का मोर्चा लगेगा, किन्ने दिनों लिए उत्थे बैठना है। सो एक वड्डी जिहड़े ऐलान ने वो संसद के घिराव हो सकते हैं। पिछले दिनों के विच किसान आगू भी मानते हैं, लखा सदाना ही मानते हैं कि 26 जनवरी तो बाद एक सट तो जरूर है जी अंदोलन नूं लगी है। और इस वक्त तस्वीरां तो नज़र आ रही ने पंजाब हरियाणा के बॉर्डर दीयां तस्वीरां, पंजाब हरियाणा के शंभू बॉर्डर दीयां तस्वीरां। स्वागत है तुहाडा, गौरव शुक्ला मैं हां तुहाडे नाल। खबरां दे प्राइम टाइम दे विच अज असीं गल करनी है सिद्धी अदायगी दी। सिद्धी अदायगी जी हां, जिस नूं लैके इस समय जरूर बवाल है। शनिवार तो पंजाब च कणक दी सरकारी खरीद शुरू होण जा रही है ते खरीद होवेगी जां नहीं इस ते सस्पेंस भी है, क्योंकि पहला केंद्र ते पंजाब सरकार दे नुमाइंदियां दे विचाले होई गलबात च गल नहीं बनी ते फिर सरकार ते आड़तियां दे विचाले होई मीटिंग भी बेसिट्टा रही। मतलब है कि जेकर कोई हल ना लभ्या गया तां फिर शनिवार नूं मंडियां च किसान परेशान हुंदे होए नजर आ सकदे ने। ते अज गल असीं इस दे उत्ते ही करांगे कि फसल तैयार है, ये तकरार खत्म किवें होएगी। ਤੇ ਦੋ ਤਸਵੀਰਾਂ ਤੁਹਾਨੂੰ ਦਿਖਾਣੇ ਆ। ਦਰਅਸਲ ਇਸ ਸਮੇਂ ਖਰੀਦ ਦੇ ਉੱਤੇ ਸਸਪੈਂਸ ਬਣਿਆ ਹੋਇਆ ਹੈ ਕਿ ਸ਼ਨੀਵਾਰ ਨੂੰ ਜੇਕਰ ਆੜਤੀ ਹੜਤਾਲ ਦੇ ਉੱਤੇ ਚਲੇ ਜਾਂਦੇ ਨੇ ਫਿਰ ਸਰਕਾਰੀ ਖਰੀਦ ਸ਼ੁਰੂ ਨਹੀਂ ਹੋਏਗੀ, ਖਰੀਦ ਦਾ ਕੰਮ ਹੀ ਨਹੀਂ ਸ਼ੁਰੂ ਹੋਏਗਾ ਤਾਂ ਉਸ ਦੇ ਨਾਲ ਦਿੱਕਤਾਂ ਆ ਸਕਦੀਆਂ ਨੇ। ਤੇ ਦੂਜੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ, ਕਾਲਾ ਬਾਜ਼ਾਰੀ ਦੇ ਬਹੁਤ ਸਾਰੇ ਇਲਜ਼ਾਮ ਲੱਗ ਰਹੇ ਨੇ ਕਿ ਪੰਜਾਬ ਦੇ ਵਿੱਚ ਬਾਹਰੋਂ ਕਣਕ ਲਿਆ ਕੇ ਵੇਚੀ ਜਾ ਰਹੀ ਹੈ ਤੇ ਕੇਂਦਰ ਦੀ ਸਰਕਾਰ ਤਾਂ ਇਸੇ ਚੀਜ਼ ਦੇ ਉੱਤੇ ਕਹਿੰਦੀ ਹੈ ਕਿ ਦੇਖੋ ਅਸੀਂ ਇਸ ਕਰਕੇ ਹੀ ਕਾਲਾ ਬਾਜ਼ਾਰੀ ਜਿਹੜੀ ਰੋਕਣੀ ਚਾਹੁੰਦੇ ਆ ਕਿ ਪੰਜਾਬ ਦੀ ਫਸਲ ਜਿਹੜੀ ਵਿਕਦੀ ਹੈ ਪੰਜਾਬ 'ਚ MSP ਤੇ ਉਹ ਵਿਕੇ, ਬਾਹਰੋਂ ਆ ਕੇ ਕਾਲਾ ਬਾਜ਼ਾਰੀ ਨਾ ਹੋਵੇ। ਤੇ ਉਹ ਕਾਲਾ ਬਾਜ਼ਾਰੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਕੁਝ ਰੋਪੜ ਤੋਂ ਕੁਝ ਬਠਿੰਡਾ ਤੋਂ ਵਿਰੋਧ ਹੋਇਆ ਹੈ, ਪ੍ਰਦਰਸ਼ਨ ਹੋਇਆ ਤੇ ਇਸ ਸਭ ਦੇ ਵਿਚਾਲੇ ਹੁਣ ਜਾਂਚ ਹੋਏਗੀ ਤੇ ਪਤਾ ਲੱਗੇਗਾ ਕਿ ਹੁੰਦਾ ਕੀ ਹੈ। चर्चा की शुरुआत करिए पर सरकार दे वल्लों कहा जा रहा है कि केंद्र की सरकार वल्लों फैसला सिद्धी अदायगी वाला बदलिया नहीं जा रहा, टालिया नहीं जा रहा, पर विरोधियों को लग रहा है कि केंद्र की सरकार अगे पंजाब ने आड़तियों का पक्ष मजबूती नाल रखिया ही। सिद्धी अदायगी के मामले दे विच पंजाब सरकार नूं कोरी ना जिहड़ी कीती आ, उन्हें जिथे केंद्र सरकार दे पंजाब प्रति सख्ती ते किड़ कढ़ण दे वरताओ नूं स्पष्ट किया, उत्थे पंजाब सरकार ते केंद्र दी मिली भुगत भी जग जाहिर हुई आ। पंजाब दे वजीरां दी केंद्रीय मंत्री पीयूष गोयल नाल होई मीटिंग तो बाहर आउंदिआं जिस तरह दे प्रभाव पंजाब दे मंत्रियों वल्लों दिते गए, खास तौर पर वित्त मंत्री जी वालों दिते गए, वो तो स्पष्ट सी कि ये पहले ही तय हो चुकिया सी, पहला ही पंजाब सरकार जाणू सी। सानू इस गल का इतराज आ कि कैप्टन अमरिंदर सिंह होरां ने आड़ती भाईचारे नूं भुलेखे च रखिया, किसान भाईचारे। कल पंजाब सरकार के कुछ मंत्री केंद्रीय मंत्री पीयूष गोयल नूं मिल के आए ने और उन्होंने सामने सारे हथियार ही सिੱਟੇ वो कहते उन्होंने वो तो आपदियां कुछियां चालां चल ही रहे हैं भी आड़तीए ते किसान लड़ पैण ते जिहड़ा संघर्ष है साडा जिहड़ा 3 काले कानूनां नूं वापस कराउण वाला वो कमजोर हो जाए। सो इन्हां दे मैनूं नहीं लगदा भी इन्हां ने चंगे तरीके दे नाल साडे किसानां दे हक दे विच गल कीती होएगी। पंजाब सरकार नूं चाहीदा भी चंगी तरह तकड़े हो के खड़न, पर
ਇਹਨਾਂ ਦੀਆਂ ਫਾਈਲਾਂ ਉਹਨਾਂ ਕੋਲੇ। ਸੋ ਬੜੇ ਅਫਸੋਸ ਦੀ ਗੱਲ ਆ ਵੀ ਜਿਹੜੇ ਆਪਦੇ ਹਥਿਆਰ ਸਿੱਟ ਕੇ ਆਏ ਉੱਥੇ। ਤਾਂ ਇਸ ਦੇ ਉੱਤੇ ਗੱਲਬਾਤ ਕਰਾਂਗੇ ਕਿ ਹੁਣ ਅੱਗੇ ਹੋਏਗਾ ਕਿ ਕਿਸਾਨਾਂ ਨੂੰ ਖੱਜਲ ਖੁਆਰ ਨਾ ਹੋਣਾ ਪਵੇ, ਉਹਨਾਂ ਦੀ ਫਸਲ ਵਿਕੇ ਜੋ ਬਹੁਤ ਪੱਕੇ ਖੜੀ ਹੋਈ ਹੈ, ਤੇ ਦੂਜੇ ਪਾਸੇ 10 ਦਿਨ ਲੇਟ ਵੀ ਹੈ ਇਸ ਵਾਰ ਖਰੀਦਦਾਰੀ। ਮਹਿਮਾਨ ਸਾਡੇ ਨਾਲ ਜੁੜ ਰਹੇ ਨੇ, ਅਨਿਲ ਸਰੀਨ ਸਾਹਿਬ ਨੇ ਸਾਡੇ ਨਾਲ, ਜੋ ਕਿ ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਤੁਹਾਡਾ ਸਾਡੇ ਨਾਲ ਸਰਵੰਤ ਸਿੰਘ ਪੰਧੇਰ ਜੀ ਜੁੜ ਰਹੇ ਨੇ, ਕਿਸਾਨ ਆਗੂ ਨੇ। ਬਹੁਤ ਬਹੁਤ ਸਵਾਗਤ ਹੈ ਪੰਧੇਰ ਸਾਹਿਬ ਤੁਹਾਡਾ ਵੀ। ਕੁਝ ਹੀ ਪਲਾਂ ਦੇ ਵਿੱਚ ਸਾਡੇ ਨਾਲ ਕਾਂਗਰਸ ਦੇ ਨੁਮਾਇੰਦੇ ਵੀ ਜੁੜਨਗੇ। ਪੰਧੇਰ ਸਾਹਿਬ, ਸ਼ੁਰੂਆਤ ਤੁਹਾਡੇ ਤੋਂ ਕਰਦਾ ਹਾਂ। ਦੇਖੋ, ਸਿੱਧੀ ਅਦਾਇਗੀ ਵਾਲਾ ਲੱਗਦਾ ਕਿ ਕੋਈ ਮਸਲਾ ਹੱਲ ਹੋ ਜਾਏਗਾ। ਪਹਿਲਾ ਸਵਾਲ ਜਿਹੜਾ ਵਿਰੋਧੀਆਂ ਦੇ ਵੱਲੋਂ ਚੁੱਕਿਆ ਜਾ ਰਿਹਾ ਕਿ ਪੰਜਾਬ ਸਰਕਾਰ ਨੇ ਤੁਹਾਨੂੰ ਲੱਗਦਾ ਕਿ ਪੱਖ ਮਜ਼ਬੂਤੀ ਦੇ ਨਾਲ, ਸਹੀ ਤਰੀਕੇ ਦੇ ਨਾਲ ਕੇਂਦਰ ਦੇ ਸਾਹਮਣੇ ਰੱਖਿਆ ਹੈ? ਹਾਂਜੀ, ਮੈਂ ਕਿਹਾ ਮੈਨੂੰ ਕਿਹਾ ਥੋੜਾ ਜਿਹਾ ਹੋ ਗਿਆ ਸੀਗਾ। ਪੰਧੇਰ ਸਾਹਿਬ, ਹਾਂ, ਮੈਂ 2-3 ਗੱਲਾਂ ਕਰਨਾ ਚਾਹਾਂਗਾ ਤਾਂ ਜੋ ਮੇਰਾ ਸੁਣ ਲਿਓ, ਪੱਖ ਸਾਰੀ ਸਥਿਤੀ ਸਪਸ਼ਟ ਹੋ ਜੂਗੀ ਜੀ। ਇੱਕ ਤਾਂ ਇਹ ਆ ਵੀ ਆੜਤੀਆ ਜਿਹੜਾ ਵਾ ਉਹਦੇ 2 ਪੱਖ ਨੇ। ਉਹ ਮੰਡੀ ਦੇ ਵਿੱਚ ਸਰਵਿਸ ਪ੍ਰੋਵਾਈਡਰ ਹੈ ਇੱਕ ਥਾਂ ਤੇ ਸਾਡੇ ਲਈ, ਉਹ ਸਾਡੀ ਢੇਰੀ ਵੇਚਦਾ, ਸਰਕਾਰ ਉਹਨੂੰ ਕਮਿਸ਼ਨ ਦਿੰਦੀ ਹੈ ਤੇ ਸਾਰਾ ਮੁਹੱਈਆ ਕਰਾਉਂਦਾ ਇੰਫਰਾਸਟ੍ਰਕਚਰ ਜੋ ਵੀ ਹੈ ਸਾਫ਼ ਸਫਾਈ ਦਾ ਜੀ, ਤੇ ਅਸੀਂ ਥਰੂ ਜਿਹੜੀ ਫਸਲ ਵੇਚਦੇ ਆ, ਸਾਨੂੰ ਉੱਤੇ ਕੋਈ ਇਤਰਾਜ਼ ਨਹੀਂ ਹੈਗਾ। ਸੈਕਟਰਲੀ ਹੈਗਾ ਵੀ ਅਸੀਂ ਪਹਿਲੋਂ ਅਦਾਇਗੀ ਸਿੱਧੀ ਦੇ ਪੱਖ 'ਚ ਰਹੇ ਆ, ਉਹਦੇ ਪੱਖ 'ਚ ਅਸੀਂ ਹੁਣ ਕਿਉਂ ਕਹਿਤਾ ਵੀ ਇਹ ਜਿਹੜਾ ਜੀ ਇਹਨੂੰ ਟਾਲ ਦਿੱਤਾ ਜਾਵੇ, ਕਿਉਂਕਿ ਇੱਕ ਤਾਂ ਫਰਦ ਵਾਲੀ ਕੇਂਦਰ ਨੇ ਹਜੇ 6 ਮਹੀਨੇ ਪਿੱਛੇ ਕੀਤੀ ਆ, ਉਹ ਮੰਨੀ ਨਹੀਂ ਹੈ ਸਾਡੀ ਮੰਗ। ਉਹਦੀਆਂ ਸਮੱਸਿਆ ਪਹਿਲੋਂ ਡਿਸਕਸ, ਉਹਦੀ ਸਮੱਸਿਆ ਇੱਕ ਹੋਰ ਆ। ਅਸੀਂ 5 ਭਰਾਵਾਂ ਮੰਗੇ, 3 ਭਰਾਵਾਂ, 2 ਭਰਾਵਾਂ, ਸਾਡਾ ਬਜ਼ੁਰਗ ਜੀਂਦਾ ਵਾ ਪਰ ਪਹਿਲੀ ਅਸੀਂ ਵੰਡੀ ਹੋਈ ਆ। ਉਹਦੀ ਫਰਦ ਬਜ਼ੁਰਗ ਦੇ ਨਾਂ ਜਾਣੀ ਆ, ਦੱਸੋ ਸਾਡਾ ਭਰਾਵਾਂ ਦਾ ਡਿਸਪਿਊਟ ਕਿਵੇਂ ਖਤਮ ਹੋਊ? ਸਾਡਾ ਬਜ਼ੁਰਗ ਚੜਾਈ ਕਰ ਗਿਆ ਕਿਸੇ ਗੱਲ ਤੋਂ, ਸਾਡੇ 3 ਭਰਾਵਾਂ ਦੇ ਨਾਲ ਪਹਿਲੀ ਚੜੀ ਨਹੀਂ, ਉਹ 3 ਦੀ ਪਹਿਲੀ ਕਿੱਥੇ ਜਾਊਗੀ? ਐਵੇਂ ਠੇਕੇ ਵਾਲੀ, ਆਬਾਦਕਾਰਾਂ, ਜ਼ਮੀਨ ਪੰਚਾਇਤ ਵਾਲੀ, ਇਹ ਗੱਲਾਂ ਅਸੀਂ ਰੱਖੀਆਂ। ਇਹ ਅਜਿਹੇ ਸਾਡੇ ਸਾਹਮਣੇ ਨੇ। ਸਾਂਝਾ ਖਾਤਾ ਹੁੰਦਾ ਪਿੰਡਾਂ ਦੇ ਵਿੱਚ, ਉਹਦੇ 'ਚ 100-100 ਟੱਬਰ ਬੋਲਣ ਡਿਆ ਹੁੰਦਾ, ਫਰਦਾਂ ਕਿੱਥੇ ਜਾਣਗੇ? ਇੱਕ ਤਾਂ ਸਾਡੇ ਸਾਹਮਣੇ ਇਹ ਆ, ਅਸੀਂ ਕਿਉਂ? ਦੂਸਰਾ, ਹੁਣ ਆੜਤੀਏ ਤੁਸੀਂ ਹੜਤਾਲ ਤੇ ਜਾਂਦੇ ਆ, ਤੁਸੀਂ ਦੂਜਾ ਵੀ ਕਿਸਾਨ ਪਰੇਸ਼ਾਨ ਹੋਣਗੇ। ਹੁਣ ਕਿਉਂਕਿ ਖੇਤੀ ਵਾਲੇ ਕਾਨੂੰਨਾਂ ਤੇ ਦੋਵੇਂ ਸਰਕਾਰ ਦੇ ਵਿਰੁੱਧ ਸੰਘਰਸ਼ ਕਰ ਰਹੇ ਆ ਇਸ ਵੇਲੇ। ਜਦੋਂ ਸੰਘਰਸ਼ ਕਰ ਰਹੇ ਤੇ ਦੋਵਾਂ ਦਾ ਟੱਕਰਾ ਹੋਊ ਨਾ ਇਸ ਮਸਲੇ ਤੇ, ਕਿਸਾਨ ਆਊ ਕਣਕ ਲੈ ਕੇ, ਆੜਤੀ ਹੜਤਾਲ ਕਰੂਗਾ। ਇਸ ਕਰਕੇ ਅਸੀਂ ਕਿਹਾ ਕਿ ਇਸ ਵੇਲੇ ਨੂੰ ਟਾਲਣਾ ਚਾਹੀਦਾ। ਦੂਸਰਾ, APMC ਐਕਟ ਹੈ ਸਾਡਾ, ਉਹ ਜਿਹੜੀ ਖਰੀਦ ਕਰਨ ਦੀ ਹੱਕ ਆ ਉਹ ਸਟੇਟ ਸਰਕਾਰ ਨੂੰ ਪਾਵੇ, ਪੈਸੇ ਭਾਵੇਂ ਕੇਂਦਰ ਸਰਕਾਰ ਨੇ ਦੇਣੇ ਆ। ਹੁਣ ਪੰਜਾਬ ਦੇ ਹੱਕਾਂ ਤੇ ਡਾਕਾ ਵੱਜ ਰਿਹਾ, ਪੰਜਾਬ ਸਰਕਾਰ ਕੇਸ ਚੰਗੀ ਤਰ੍ਹਾਂ ਲੜ ਨਹੀਂ ਸਕੀ। ਸਾਡਾ APMC ਐਕਟ ਹੈ ਜਿਹਦੇ ਵਿੱਚ ਪ੍ਰੋਵੀਜ਼ਨ ਆ, 2013 ਜਦੋਂ ਬਾਦਲ ਨਹੀਂ ਸੀ ਆਏ ਸੀ ਉਦੋਂ ਕਰ ਗਏ ਸੀ ਵੀ ਜਿਹੜਾ ਆੜਤੀਏ ਥਰੂ ਲੈਣਾ ਚਾਹੁੰਦਾ ਪੇਮੈਂਟ ਲੈ ਲਵੇ, ਜਿਹੜੇ ਸਿੱਧੀ ਲੈਣਾ ਚਾਹੁੰਦਾ। ਕੇਂਦਰ ਸਰਕਾਰ ਜੇ APMC ਡਾਕਾ ਮਾਰ ਰਹੀ ਹੈ ਤੁਹਾਡੇ ਤੇ ਦਬਾਅ ਪਾ ਕੇ ਵੀ ਜੇ ਸਾਡੀ ਨਹੀਂ ਮੰਨਣੀ ਤਾਂ ਜਾਓ ਜਿਵੇਂ ਮਰਜ਼ੀ ਖਰੀਦ ਕਰ ਲਓ, ਤਾਂ ਅਗਲੇ ਸਾਲ ਇਹ ਫਰਦਾਂ ਵੀ ਮੰਗਣਗੇ। ਤਾਂ ਪੰਜਾਬ ਸਰਕਾਰ ਜਿਹੜਾ ਕਿਸਾਨ ਪੱਖੀ ਹੋਣ ਦਾ ਦਾਅਵਾ ਕਰਦੀ ਸੀ, ਸਾਨੂੰ ਲੱਗਿਆ ਇੱਥੇ ਚੰਗੀ ਤਰ੍ਹਾਂ ਟੱਕਰ ਨਹੀਂ ਦੇ ਸਕੀ। ਇਹ ਸਮੱਸਿਆ ਹੈਗੀ ਆ। ਠੀਕ ਹੈ, ਇਹ ਗੱਲ ਸਾਡੀਆਂ ਸਮੱਸਿਆ ਵੀ ਆੜਤੀਆਂ ਨਾ ਹੋ ਸਕੇ। ਮੈਂ ਤੀਜਾ ਪੱਖ ਦੇਣਾ, ਜਿਹੜਾ ਆੜਤੀ ਕੋਲੇ ਐਡਵਾਂਸ ਲੈਂਦਾ ਵਾ, ਕਦੀ ਥਾਂ ਤੇ 36% ਵਿਆਜ ਹੈ, ਕਈ ਥਾਂ ਤੇ 24% ਵਿਆਜ ਆ ਜੀ। ਬਹੁਤ ਵਾਰੀ ਉਹ ਪਰਚੀ ਕੇ ਖਾਦ ਲੈਣ ਨੂੰ, ਕੱਪੜਾ ਲੈਣ ਨੂੰ ਉਹਦੀਆਂ ਜ਼ਰੂਰਤਾਂ ਵਾ। ਇੱਥੇ ਸਾਡੀਆਂ ਸਮੱਸਿਆ ਹੋ ਸਕਦੀਆਂ। ਇਸ ਵੇਲੇ ਅਸੀਂ ਤਾਂ ਕਿ ਇਹ ਸਾਰਾ ਕੁਝ ਭੁੱਲ ਕੇ, ਕਿਉਂਕਿ ਸਮੱਸਿਆ ਸਾਹਮਣੇ ਕਣਕ ਦੀ ਖੜੀ ਹੈ, ਜਿਵੇਂ ਕਹਿ ਦੋ ਬੂਹੇ ਆਈ ਜੰਜ ਤੇ ਵਿੰਨੂ ਕੁੜੀ ਦੇ ਕੰਨ, ਹੁਣ ਨਹੀਂ ਸਰਦਾ ਸੀਗਾ। ਤਾਂ ਇਸ ਕਰਕੇ ਜਾਣ ਬੁੱਝ ਕੇ ਬਦਨਾਮਾ ਕੀਤਾ ਗਿਆ ਵਾ, ਇਸ ਕਰਕੇ ਕੇਂਦਰ ਆਪਣੀ ਸਾਜ਼ਿਸ਼ ਵਿੱਚ ਕਾਮਯਾਬ ਹੋ ਰਿਹਾ ਵਾ। ਠੀਕ ਹੈ ਪੰਧੇਰ ਸਾਹਿਬ, ਤੁਸੀਂ ਤਫਸੀਲ ਨਾਲ ਰੱਖੀ ਹੈ ਔਰ 3 ਪੁਆਇੰਟਸ ਦੇ ਵਿੱਚ ਤੁਸੀਂ ਪਿਕਚਰ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਤੁਹਾਡੇ ਕੋਲ ਵਾਪਸ ਆਉਣਾ। ਇਸ ਵਿਚਾਲੇ ਸਾਡੇ ਨਾਲ ਕਾਂਗਰਸ ਤੋਂ ਪ੍ਰਿੰਸ ਖੁੱਲਰ ਜੀ ਵੀ ਜੁੜ ਚੁੱਕੇ ਨੇ। ਖੁੱਲਰ ਸਾਹਿਬ, ਤੁਹਾਡਾ ਵੀ ਸਵਾਗਤ ਹੈ। ਸਰੀਨ ਸਾਹਿਬ, ਤੁਹਾਡਾ ਪਹਿਲਾਂ ਇੱਕ ਰਿਐਕਸ਼ਨ। ਸਰ ਦੇਖੋ, ਸਮੱਸਿਆਵਾਂ ਦਾ ਢੇਰ ਹੈ, 3 ਪੁਆਇੰਟ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਪੰਧੇਰ ਸਾਹਿਬ ਨੇ। ਤੁਸੀਂ ਮੰਨਦੇ ਕਿਉਂ ਨਹੀਂ? ਕਿਉਂ ਤੁਸੀਂ ਟਾਲ ਨਹੀਂ ਦਿੰਦੇ? ਕਿਉਂ ਤੁਸੀਂ ਸਮਾਂ ਨਹੀਂ ਦਿੰਦੇ ਪੰਜਾਬ ਦੇ ਕਿਸਾਨਾਂ ਨੂੰ, ਪੰਜਾਬ ਦੇ ਆੜਤੀਆਂ ਨੂੰ? ਕੇਂਦਰ ਦੀ ਸਰਕਾਰ ਕਿਉਂ ਇੱਕ ਗੱਲ ਦੇ ਉੱਤੇ ਆ ਕੇ ਅੜ ਜਾਂਦੀ ਹੈ ਕਿ ਨਹੀਂ ਜੋ ਕਹਿਤਾ ਬਸ ਹੋ ਗਿਆ? ਗੌਰਵ ਜੀ, ਮੈਂ ਤੁਹਾਡੀ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਗਾ ਕਿ ਕੇਂਦਰ ਸਰਕਾਰ ਅੜਦੀ ਹੈ ਜੀ। ਪਿਛਲੇ 3 ਸਾਲਾਂ ਤੋਂ ਜਿਹੜੀਆਂ 15 ਸਟੇਟਸ ਜਿਨ੍ਹਾਂ ਤੋਂ ਸਰਕਾਰ ਪ੍ਰੋਕਿਉਰਮੈਂਟ ਕਰਦੀ ਹੈਗੀ ਹੈ, ਉਹਨਾਂ 'ਚ ਸਿਰਫ ਪੰਜਾਬ ਇੱਕ ਐਸਾ ਸੂਬਾ ਹੈ ਜਿੱਥੇ ਡਾਇਰੈਕਟ ਪੇਮੈਂਟ ਦਾ ਹਜੇ ਤੱਕ ਲਾਗੂ ਨਹੀਂ ਹੋਇਆ ਜੀ। ਔਰ ਪਿਛਲੇ 3 ਸਾਲਾਂ ਤੋਂ ਲਗਾਤਾਰ ਪੰਜਾਬ ਸਰਕਾਰ 6-6 ਮਹੀਨੇ ਕਰਕੇ ਅਗਲੀ ਵਾਰੀ ਕਰ ਲਾਂਗੇ ਜੀ, ਅਗਲੀ ਵਾਰੀ ਕਰ ਲਾਂਗੇ ਟਾਈਮ ਲੈ ਰਹੀ ਹੈ। ਇਹ ਕੋਈ ਨਹੀਂ ਕਿ ਕਿਸਾਨੀ ਅੰਦੋਲਨ ਹੁਣ ਆਇਆ ਤੇ ਹੁਣ ਇਹ ਡਾਇਰੈਕਟ ਪੇਮੈਂਟ ਦੀ ਗੱਲ ਸ਼ੁਰੂ ਹੋ ਗਈ। ਇਹ ਤੇ 3 ਸਾਲ ਪਹਿਲਾਂ ਦੀ ਗੱਲਬਾਤ ਚੱਲਦੀ ਪਈ ਹੈ ਔਰ ਪੰਜਾਬ ਸਰਕਾਰ ਨੇ ਮੰਨਿਆ ਇਸ ਗੱਲ ਨੂੰ ਕਿ ਅਸੀਂ ਡਾਇਰੈਕਟ ਪੇਮੈਂਟ ਜਿਹੜੀ ਹੈਗੀ ਹੈ ਕਿਸਾਨਾਂ ਦੇ ਖਾਤੇ 'ਚ ਜਾਵੇ, ਅਸੀਂ ਉਹਦੇ ਨਾਲ ਸਹਿਮਤ ਹੈਗੇ ਆ। ਲੇਕਿਨ ਉਹ
ਉਹ ਜਿਹੜਾ ਰਿਕਾਰਡ ਅਪਡੇਟ ਕਰਨਾ ਹੈਗਾ ਉਹਦੇ ਵਾਸਤੇ ਸਾਨੂੰ ਟਾਈਮ ਦਿੱਤਾ ਜਾਵੇ, ਔਰ ਇਸ ਕਰਕੇ 3 ਸਾਲਾਂ ਤੋਂ 6-6 ਮਹੀਨੇ ਦਾ ਟਾਈਮ ਜਿਹੜਾ ਹੈਗਾ ਐਕਸਟੈਂਡ ਹੁੰਦਾ ਰਿਹਾ, ਕਿਤੇ 1 ਸਾਲ ਦਾ ਹੋ ਗਿਆ, ਇਸ ਤਰੀਕੇ ਨਾਲ ਇਹ ਹੁੰਦਾ ਰਿਹਾ ਜੀ। ਮੈਨੂੰ ਇੱਕ ਚੀਜ਼ ਦੱਸੋ, ਮੈਂ ਤੁਹਾਡੇ ਕੋਲ ਮਾਲ ਪਰਚੇਸ ਕਰਦਾ ਪਿਆ ਵਾਂ, ਕਮਿਸ਼ਨ ਏਜੰਟ ਦਾ ਕੰਮ ਹੈ, ਕੋਈ ਵੀ ਟ੍ਰੇਡ ਲੈ ਲਓ, ਕੋਈ ਵੀ ਬਿਜ਼ਨਸ ਲੈ ਲਓ, ਕਮਿਸ਼ਨ ਏਜੰਟ ਦਾ ਮਾਲ ਨੂੰ ਵਿਕਵਾਉਣਾ ਹੈ ਔਰ ਆਪਣੀ ਕਮਿਸ਼ਨ ਲੈਣੀ ਹੈ। ਇੱਥੇ ਸਰਕਾਰ ਨੇ ਕਿਹਾ ਕਿ ਅਸੀਂ ਕਿਸਾਨ ਕੋਲੋਂ ਖਰੀਦ ਕਰ ਰਹੇ ਹਾਂ, ਅਸੀਂ ਕਿਸਾਨ ਨੂੰ ਪੇਮੈਂਟ ਕਰਾਂਗੇ, ਕਮਿਸ਼ਨ ਏਜੰਟ ਨੂੰ ਉਹਦੀ ਕਮਿਸ਼ਨ ਮਿਲੇਗੀ, ਸਰਵਿਸ ਜੋ ਵੀ ਸਰਵਿਸ ਪ੍ਰੋਵਾਈਡ ਕਰਦਾ, ਜੋ ਵੀ ਇੱਕ APM ਐਕਟ ਚ ਕਹਿ ਲਓ ਜਾਂ ਜੋ ਵੀ ਉਹਦਾ ਡਿਫਾਈਨਡ ਹੈਗਾ ਜੀ। ਤੇ ਇਹਦੇ ਵਿੱਚ ਆੜਤੀਆਂ ਨੂੰ ਇਤਰਾਜ਼ ਕਿਸ ਗੱਲ ਦਾ? ਦੂਜੇ ਪਾਸੇ ਇੱਕ ਪ੍ਰਸ਼ਨ ਇਹ ਉੱਠਦਾ ਜੀ ਕਿ ਸਾਡੇ ਜਿਹੜੀ ਆੜਤੀਆਂ ਨਾਲ ਪੁਸ਼ਤਾਨੀ ਸੰਬੰਧ ਨੇ ਜੀ, 9 ਮਾਸ ਦਾ ਰਿਸ਼ਤਾ ਹੈ ਜੀ, ਅਸੀਂ ਜਦੋਂ ਜੀ ਕਰਦਾ ਉਧਾਰ ਲੈ ਲੈਂਦੇ ਆ, ਜਦੋਂ ਜੀ ਕਰਦਾ ਪੇਮੈਂਟ ਕਰ ਲੈਂਦੇ ਆ ਜੀ। ਵੀ ਉਹਦੇ ਨਾਲ ਸਰਕਾਰ ਦਾ ਤਾਂ ਕੋਈ ਲੈਣਾ ਦੇਣਾ ਨਹੀਂ, ਉਹ ਤਾਂ ਤੁਹਾਡੇ ਆਪਸੀ ਸੰਬੰਧ ਨੇ। ਠੀਕ ਹੈ ਸਰੀਨ ਸਾਹਿਬ, ਤੁਸੀਂ ਗੱਲ ਰੱਖੀ, ਮੈਂ ਇੱਕ ਛੋਟਾ ਜਿਹਾ ਸਵਾਲ ਪੁੱਛਣਾ, ਮੈਂ ਇੱਕ ਛੋਟਾ ਜਿਹਾ ਸਵਾਲ ਪੁੱਛਣਾ। ਸਰੀਨ ਸਾਹਿਬ, ਸਾਰੀਆਂ ਗੱਲਾਂ ਠੀਕ ਹੈ, ਪਰ ਪੰਜਾਬ ਦੇ ਵਿੱਚ ਵੀ ਤੁਸੀਂ ਵੋਟਾਂ 'ਚ ਖੜੇ ਸੀ 2019 ਦੀਆਂ ਲੋਕ ਸਭਾ ਚੋਣਾਂ 'ਚ, ਇੱਥੇ ਤੁਹਾਨੂੰ 2 ਸੀਟਾਂ ਵੀ ਮਿਲੀਆਂ ਨੇ, ਬਹੁਤ ਸਾਰੀ ਵੋਟਾਂ ਵੀ ਮਿਲੀਆਂ ਨੇ, ਵੋਟਾਂ ਤਾਂ ਪਾਈਆਂ ਨਾ ਕਿਸਾਨਾਂ ਨੇ। ਸਰ, ਜੇ ਹੁਣ ਸ਼ਨੀਵਾਰ ਨੂੰ 10 ਤਰੀਕ ਨੂੰ ਜਦੋਂ ਸਰਕਾਰੀ ਖਰੀਦ ਸ਼ੁਰੂ ਹੋਣੀ ਹੈ, ਕੋਈ ਕਿਸਾਨ ਗਿਆ ਇੱਕ ਟਰਾਲੀ ਭਰ ਕੇ ਕਣਕ ਦੀ ਲੈ ਕੇ ਮੰਡੀ 'ਚ ਤੇ ਉਹਦੀ ਫਸਲ ਵਿਕੀ ਨਹੀਂ, ਉੱਥੇ ਪਰੇਸ਼ਾਨ ਹੁੰਦਾ ਰਿਹਾ, ਤਾਂ ਤੁਹਾਡੀ ਜਵਾਬਦੇਹੀ ਹੋਏਗੀ ਕਿ ਨਹੀਂ? ਜਾਂ ਸਿਰਫ ਆੜਤੀਆਂ ਦੀ, ਜਾਂ ਫਿਰ ਪੰਜਾਬ ਸਰਕਾਰ ਦੀ, ਜਾਂ BJP ਜਾਂ ਕੇਂਦਰ ਸਰਕਾਰ ਦੀ ਕੋਈ ਹੈ ਜਵਾਬਦੇਹੀ ਕਿ ਨਹੀਂ? ਮੈਂ ਗੌਰਵ ਜੀ ਤੁਹਾਡੇ ਨਾਲ ਬਿਲਕੁਲ ਸਹਿਮਤ ਹੈਗਾ ਕਿ ਸਾਡੇ ਕਿਸਾਨ ਭਰਾਵਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਔਕੜ ਨਾ ਆਵੇ, ਇਹਦੇ ਵਾਸਤੇ ਸਟੇਟ ਗਵਰਨਮੈਂਟ ਔਰ ਸੈਂਟਰ ਗਵਰਨਮੈਂਟ ਦੋਨੋਂ ਰਲ ਕੇ ਹਮੇਸ਼ਾ ਪ੍ਰਯਾਸ ਕਰਦੀਆਂ ਰਹੀਆਂ ਨੇ, ਕਿਉਂਕਿ ਇਹ ਪ੍ਰੋਕਿਉਰਮੈਂਟ ਦਾ ਇੱਕ ਸਾਂਝਾ ਸਿਸਟਮ ਹੁੰਦਾ ਜਿਹਨੂੰ ਪ੍ਰੋਕਿਉਰਮੈਂਟ ਕਰਦੇ ਆ ਆਪਾਂ। ਮੈਂ ਜਿਹੜੀ ਗੱਲ ਕਰ ਰਿਹਾ ਸੀ, ਮੈਨੂੰ ਉਹ ਵੀ ਗੱਲ ਪੂਰੀ ਕਰ ਲੈਂਦੇ ਹੋ ਕਿ ਆੜਤੀਏ ਔਰ ਕਿਸਾਨ ਇਹ ਕਹਿੰਦੇ ਸਾਡਾ 9 ਮਾਸ ਦਾ ਰਿਸ਼ਤਾ ਹੈ ਜੀ, ਸਾਡੀ ਪੁਸ਼ਤੈਨੀ ਹੈ ਜੀ, ਅਸੀਂ ਐਡਵਾਂਸ ਲੈ ਲੈਣੇ ਵੀ, ਉਹ ਤੇ ਤੁਹਾਡੇ ਮਿਊਚੁਅਲ ਸੰਬੰਧ ਨੇ, ਇਹਦਾ ਪੇਮੈਂਟ ਨਾਲ ਕੀ ਲਿੰਕ ਹੋਇਆ? ਜੇ ਸੰਬੰਧ ਮੇਰੇ ਇੰਨੇ ਹੈਗੇ ਨੇ ਕਿ ਮੈਂ ਜਦੋਂ ਮਰਜ਼ੀ ਤੁਹਾਡੇ ਕੋਲ ਪੈਸੇ ਲੈਣਾ ਔਰ ਜਦੋਂ ਮਰਜ਼ੀ ਮੈਂ ਵਾਪਸ ਕਰ ਦਿਆਂ, ਤੇ ਫਿਰ ਜੇ ਡਾਇਰੈਕਟ ਪੇਮੈਂਟ ਕਿਸਾਨ ਨੂੰ ਜਾ ਰਹੀ ਹੈ ਤਾਂ ਉਹਦੇ ਚ ਆੜਤੀਆ ਪਰੇਸ਼ਾਨ ਕਿਉਂ ਹੋ ਰਿਹਾ? ਉਹ ਤੇ ਤੁਹਾਡੇ ਨਿੱਜੀ ਸੰਬੰਧਾਂ ਕਰਕੇ ਆ, ਉਹ ਚ ਗਵਰਨਮੈਂਟ ਦਾ ਤਾਂ ਕੋਈ ਲੈਣਾ ਦੇਣਾ ਨਹੀਂਗਾ ਕਿ ਤੁਸੀਂ ਉਹਨੂੰ ਐਡਵਾਂਸ ਦਿੰਦੇ ਹੋ ਨਹੀਂ ਦਿੰਦੇ ਹੋ। ਨਹੀਂ ਸਰ, ਉਹ ਤੁਹਾਡਾ ਪੁਆਇੰਟ ਠੀਕ ਹੈ, ਪਰ ਦੇਖੋ ਪੈਸੇ ਦੇ ਲਈ ਲੈਣ ਦੇਣ ਜਦੋਂ ਹੁੰਦਾ, ਕੋਈ ਨਾ ਕੋਈ ਚੀਜ਼ ਤਾਂ ਦਿਮਾਗ ਦੇ ਵਿੱਚ ਹੁੰਦੀ ਹੈ ਨਾ। ਆੜਤੀਆ ਵੀ ਪੈਸਾ ਦੇ ਰਿਹਾ ਹੋਏਗਾ ਕਿ ਚਲੋ ਕੋਈ ਗੱਲ ਨਹੀਂ, 50,000 ਚਲਾ ਗਿਆ, ਇਹਨਾਂ ਦੀ 2 ਲੱਖ ਦੀ ਕਣਕ ਆ ਜਾਂਦੀ ਹੈ ਜਾਂ 2 ਲੱਖ ਦਾ ਝੋਨਾ ਆ ਜਾਂਦਾ, ਪਤਾ ਕਿ ਪੈਸੇ ਮੁੜ ਆਣੇ ਨੇ, ਤਾਂ ਆੜਤੀਆ ਤਾਂ ਡਰੂਗਾ ਨਾ, ਕੋਈ ਵਪਾਰੀ ਆ ਤਾਂ ਡਰੂਗਾ। ਇਹ ਕਹਿ ਰਿਹਾ ਆਪਾਂ ਕਹੀਏ ਕਿ ਸਾਰੇ ਪੰਜਾਬ ਦੇ ਕਿਸਾਨਾਂ ਦੇ ਸੰਬੰਧ ਇਹੋ ਜਿਹੇ ਹੋ ਗਏ ਕਿ ਜਦੋਂ ਮਰਜ਼ੀ ਜਾ ਕੇ ਪੈਸੇ ਲੈ ਆਣ, ਤਾਂ ਉਹ ਵੀ ਪੋਸੀਬਲ ਨਹੀਂ ਹੈਗਾ। ਇਹਦਾ ਵੀ ਜਵਾਬ ਦੇ ਦੇਣਾ। ਗੌਰਵ ਜੀ, ਮੈਨੂੰ ਇੱਕ ਚੀਜ਼ ਦੱਸੋ, ਅੱਜ ਦੀ ਡੇਟ ਦੇ ਵਿੱਚ ਵੀ ਜਿੰਨੀ ਪ੍ਰੋਕਿਉਰਮੈਂਟ ਹੁੰਦੀ ਹੈ ਜੀ, ਉਹਦਾ ਪੂਰੇ ਦਾ ਪੂਰਾ ਪੈਸਾ ਜਿਹੜਾ ਹੈਗਾ ਪਹਿਲਾਂ ਆੜਤੀਏ ਕੋਲ ਜਾਂਦਾ, ਉਹਨੂੰ ਆੜਤੀਏ ਨੂੰ ਵੀ ਪੂਰੇ ਦਾ ਪੂਰਾ ਪੈਸਾ ਹੀ ਕਿਸਾਨ ਨੂੰ ਦੇਣਾ ਪੈਂਦਾ। ਇਹ ਨਹੀਂਗਾ ਕਿ ਉਹ ਆਪਣੀ ਐਡਵਾਂਸ ਦਿੱਤੀ ਰਕਮ ਉਹ ਚੋਂ ਕੱਟ ਲਵੇ, ਇਹਨੂੰ ਕੋਈ ਅਧਿਕਾਰ ਨਹੀਂ ਆੜਤੀਏ ਨੂੰ ਅੱਜ ਦੀ ਡੇਟ ਦੇ ਵਿੱਚ ਕੱਟਣ ਦਾ। ਠੀਕ ਹੈ, ਜਦੋਂ ਉਦੋਂ ਬੈਂਕ ਚੋਂ ਕਢਾ ਕੇ ਕਿਸਾਨ ਉਹਨੂੰ ਵਾਪਸ ਕਰ ਦਿੰਦਾ ਹੈ, ਉਹ ਜਿਹੜਾ ਐਡਵਾਂਸ ਲਿੱਤਾ ਹੁੰਦਾ ਹੈ ਉਹ ਬੈਂਕ ਚੋਂ ਕਢਾ ਕੇ ਦਿੰਦਾ, ਆੜਤੀ ਆਪਣੇ ਆਪ ਨਹੀਂ ਕੱਟ ਸਕਦਾ। ਔਰ ਹੁਣ ਜਦੋਂ ਡਾਇਰੈਕਟ ਪੇਮੈਂਟ ਉਹਦੇ ਖਾਤੇ ਕੋਲ ਚਲ ਜਾਏਗੀ, ਉਦੋਂ ਵੀ ਕਿਸਾਨ ਵਾਪਸ ਕਰਦਾ ਹੈ। ਚਲੋ ਮੈਂ ਉਸ ਪੁਆਇੰਟ ਦੇ ਉੱਤੇ ਆਉਂਗਾ, ਮੈਨੂੰ ਇੱਕ ਛੋਟਾ ਜਿਹਾ ਬ੍ਰੇਕ ਲੈਣਾ ਪਏਗਾ, ਇੱਥੇ ਮੈਂ ਵਾਪਸ ਆਉਣਾ ਹੈ। ਖੁੱਲਰ ਸਾਹਿਬ, ਮੈਂ ਤੁਹਾਡੇ ਕੋਲ ਬ੍ਰੇਕ ਤੋਂ ਬਾਅਦ ਵਾਪਸ ਆਉਂਗਾ, ਆਪਾਂ ਇਸ ਚਰਚਾ ਨੂੰ ਅੱਗੇ ਵਧਾਵਾਂਗੇ। ਜਿਹੜਾ ਪੰਧੇੜ ਸਾਹਿਬ ਨੇ ਵੀ ਸਵਾਲ ਚੁੱਕਿਆ ਨਾ ਸਰੀਨ ਸਾਹਿਬ, ਬਹੁਤ ਇੰਪੋਰਟੈਂਟ ਹੈ ਕਿ ਜੇ ਇੱਕ ਘਰ ਦੇ ਵਿੱਚ 3 ਜਿਹੜੇ ਲੋਕ ਹੈਗੇ ਨੇ, ਉਹਨਾਂ ਦੀ ਜ਼ਮੀਨ ਹੈ, ਪਿਤਾ ਦੇ ਨਾਮ ਤੇ ਜ਼ਮੀਨ ਸੀ, ਮੁੰਡਿਆਂ ਦੇ ਨਾਮ ਤੇ ਜ਼ਮੀਨ ਹੋਈ ਨਹੀਂ, ਅਜੇ ਰੌਲਾ ਚੱਲ ਰਿਹਾ ਹੈ, ਜਾਂ ਫਿਰ ਨਹੀਂ ਅਜੇ ਨਾਮ ਦੇ ਉੱਤੇ ਚੜੀ ਹੁੰਦੀ, ਤਾਂ ਉਹ ਕੀ ਕਰਨਗੇ? ਉਸ ਦਾ ਕੀ ਹੱਲ ਹੋਏਗਾ ਤੁਹਾਡੇ ਕੋਲ? ਆਪਾਂ ਇਸ ਦੇ ਉੱਤੇ ਗੱਲਬਾਤ ਕਰਾਂਗੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਅੱਜ ਅਸੀਂ ਗੱਲ ਕਰ ਰਹੇ ਹਾਂ ਸਿੱਧੀ ਅਦਾਇਗੀ ਦੇ ਮਸਲੇ ਉੱਤੇ। ਸਿੱਧੀ ਅਦਾਇਗੀ ਨੂੰ ਲੈ ਕੇ ਇਸ ਸਮੇਂ ਤਕਰਾਰ ਹੈ ਤੇ ਸਭ ਦੇ ਵਿਚਾਲੇ ਸਵਾਲ ਹੈ ਕਿ 10 ਤਰੀਕ ਪਹਿਲਾਂ ਹੀ 10 ਦਿਨ ਲੇਟ ਸ਼ੁਰੂ ਹੋ ਰਹੀ ਹੈ, ਤਾਂ ਕੀ 10 ਤਰੀਕ ਨੂੰ ਖਰੀਦ ਸ਼ੁਰੂ ਹੋਏਗੀ ਜਾਂ ਨਹੀਂ ਹੋਏਗੀ? ਚਰਚਾ ਦੀ ਇੱਕ ਵਾਰ ਫਿਰ ਤੋਂ ਸ਼ੁਰੂਆਤ ਕਰਦੇ ਹਾਂ। ਇਸ ਸੈਗਮੈਂਟ ਦੀ ਸ਼ੁਰੂਆਤ ਕਾਂਗਰਸ ਦੇ ਨੁਮਾਇੰਦੇ ਪ੍ਰਿੰਸ ਖੁੱਲਰ ਜੀ ਸਾਡੇ ਨਾਲ ਨੇ। ਖੁੱਲਰ ਸਾਹਿਬ, ਸ਼ੁਰੂਆਤ ਤੁਹਾਡੇ ਤੋਂ। ਵਿਰੋਧੀ ਇਲਜ਼ਾਮ ਲਗਾਉਂਦੇ ਨੇ ਕਿ ਤੁਸੀਂ ਪੰਜਾਬ ਦਾ, ਆੜਤੀਆਂ ਦਾ ਪੂਰੇ ਮਸਲੇ ਦੇ ਵਿੱਚ ਪੱਖ ਮਜ਼ਬੂਤੀ ਦੇ ਨਾਲ ਕੇਂਦਰ ਦੇ ਸਾਹਮਣੇ ਰੱਖ ਹੀ ਨਹੀਂ ਸਕੇ, ਤੁਸੀਂ ਹਥਿਆਰ ਸੁੱਟ ਕੇ ਆ ਗਏ। ਆਮ ਆਦਮੀ ਪਾਰਟੀ ਕਹਿੰਦੀ ਹਥਿਆਰ ਸੁੱਟ ਦਿੱਤੇ ਕੇਂਦਰ ਦੇ ਸਾਹਮਣੇ ਕੈਪਟਨ ਸਰਕਾਰ ਦੇ ਮੰਤਰੀਆਂ ਨੇ। ਖੁੱਲਰ ਸਾਹਿਬ, ਆਵਾਜ਼ ਆ ਰਹੀ ਹੈ ਮੇਰੀ? ਤੁਸੀਂ ਹਥਿਆਰ ਸੁੱਟ ਖੁੱਲਰ ਸਾਹਿਬ, ਆਵਾਜ਼ ਆ ਰਹੀ ਹੈ ਮੇਰੀ? काइंडली दोबारा रिपीट करना दोबारा जी, पहले डिस्कनेक्ट हो गया सी कॉल। जी बिल्कुल सर, विरोधी कह रहे हैं कि तुसी मजबूती नाल पक्ष नहीं रखिया, केंद्र के सामने हथियार सुट के आ गए।
ਸਿੱਧੀ ਅਦਾਇਗੀ ਦੇ ਮਸਲੇ 'ਚ? ਨਹੀਂ ਬਿਲਕੁਲ ਗੌਰਵ ਜੀ, ਅਸੀਂ ਜਿਹੜਾ ਹੈਗਾ ਵਾ ਪੂਰੀ ਜਿਹੜੀ ਆਪਣਾ ਪੱਖ APMC ਐਕਟ ਦੇ ਮੁਤਾਬਕ, ਜੋ ਦੇਖੋ ਕੱਲ ਵੀ 2 ਘੰਟੇ ਮੀਟਿੰਗ ਚੱਲੀ ਹੈ, ਪਰਸੋਂ ਵੀ ਇਹਨਾਂ ਦੀ ਵਰਚੁਅਲ ਹੋਈ ਹੈ ਮੀਟਿੰਗ। ਐਕਚੁਅਲੀ ਸੈਂਟਰ ਦਾ ਜਿਹੜਾ ਅੜੀਅਲ ਰਵੱਈਆ ਵਾ, ਇਹ ਕਿਸੇ ਗੱਲ ਨੂੰ ਮੰਨਣ ਨੂੰ ਤਿਆਰ ਹੀ ਨਹੀਂ ਹੈਗੇ ਜੀ। ਇਹਨਾਂ ਮਨ ਬਣਾ ਲਿਆ ਵਾ ਸਰੀਨ ਸਾਹਿਬ ਨੇ, ਇਹਨਾਂ ਦੀ ਗਵਰਨਮੈਂਟ ਨੇ, ਕਿ ਵੀ ਜੀ ਇਹਨਾਂ ਨੂੰ ਜਿਹੜੀ ਇਹਨਾਂ ਦੀ ਪਾਲਿਸੀ ਹੈ ਨਾ ਡਿਵਾਈਡ ਐਂਡ ਰੂਲ, ਵੀ ਇਹਨੂੰ ਕਰਕੇ ਹੀ ਆਪਾਂ ਸਾਹ ਲੈਣਾ ਵਾ। ਅਸੀਂ ਜਿਹੜਾ ਆਪਣਾ ਪੂਰਾ ਪੁਰਜ਼ੋਰ ਅਪੀਲ ਕੀਤੀ, ਪੂਰੀ ਤਰ੍ਹਾਂ ਅਸੀਂ ਪੈਰਵਾਈ ਕੀਤੀ ਕਿ ਜਿਹੜਾ ਹੈਗਾ ਵਾ ਇੱਕ ਵਾਰੀ ਇਹਨੂੰ ਸਿਸਟਮ ਨੂੰ ਚੱਲਣ ਦਿੱਤਾ ਜਾਵੇ। ਉਸ ਤੋਂ ਬਾਅਦ ਕਿਸਾਨਾਂ ਔਰ ਆੜ੍ਹਤੀਆਂ ਦੀ ਰਾਏ ਲੈ ਕੇ ਫਿਰ ਇਹਨੂੰ ਜੇ ਡਾਇਰੈਕਟ ਪੇਮੈਂਟ 'ਚ ਕਰਨਾ ਨੂੰ ਕੀਤਾ ਜਾਵੇ, ਕਿਉਂਕਿ ਦੇਖੋ ਹਰਿਆਣੇ 'ਚ ਇਹਨਾਂ DBT ਕੀਤੀ ਹੈ, ਉੱਥੇ ਵੀ ਰੌਲਾ ਪੈ ਰਿਹਾ ਜੀ, ਕਿਸਾਨ ਪਰੇਸ਼ਾਨ ਹੋ ਰਿਹਾ। ਇੱਕ ਪਾਸੇ ਕਿਸਾਨ ਹਿਤੈਸ਼ੀ ਕਹਿੰਦੇ ਆ, ਦੂਜੇ ਪਾਸੇ ਗਲਾ ਘੋਟ ਰਿਹਾ, ਫੈਡਰਲ ਸਟਰਕਚਰ ਤੇ ਵਾਰ ਕਰਦੇ ਆ ਬਾਰ-ਬਾਰ ਜੀ। ਨਹੀਂ, ਉਹ ਕਹਿੰਦੇ 14 ਸੂਬਿਆਂ ਦੇ ਵਿੱਚ ਸਿਰਫ ਪੰਜਾਬ ਹੀ ਹੈ ਇਸ ਸਮੇਂ ਜਿੱਥੇ ਇਹ DBT ਵਾਲਾ ਫਾਰਮੂਲਾ ਲਾਗੂ ਨਹੀਂ ਹੋਇਆ, ਬਾਕੀ ਸਭ ਜਗ੍ਹਾ ਹੋ ਗਿਆ। ਗੌਰਵ ਜੀ ਤੁਸੀਂ ਦੇਖੋ ਨਾ ਹਰਿਆਣੇ ਦੀ ਕੀ ਪੋਜੀਸ਼ਨ ਹੈ। ਹਰਿਆਣੇ 'ਚ ਉੱਥੇ ਰੌਲਾ ਪੈ ਰਿਹਾ ਵਾ ਆੜ੍ਹਤੀਆਂ ਤੇ ਕਿਸਾਨਾਂ ਦਾ ਵੀ, ਫਸਲ ਦੀ ਉਹ ਖਰਾਬ ਹੋ ਰਹੇ ਨੇ ਕਿਸਾਨ। ਜਿਹੜੀ ਪੰਧੇਰ ਸਾਹਿਬ ਨੇ ਗੱਲ ਕਹੀ, ਇਸ ਤੋਂ ਇਲਾਵਾ ਹੋਰ ਪੰਜਾਬ ਦੇ ਹੋਰ ਬੜੇ ਮੈਟਰ ਹੈਗੇ ਆ ਗੌਰਵ ਜੀ। ਇੱਥੇ 40% ਜਿਹੜੀ ਖੇਤੀ ਹੈ ਜੀ ਉਹ ਠੇਕੇ ਤੇ ਹੈਗੀ ਆ। ਪਲੱਸ ਜਿਵੇਂ ਪੰਧੇਰ ਸਾਹਿਬ ਨੇ ਦੱਸਿਆ ਨਾ ਕਿ ਕਈਆਂ ਦਾ ਪਰਿਵਾਰ 'ਚ 4-4 ਜੀ ਨੇ, ਉਹਨਾਂ ਦੇ ਝਗੜੇ ਨੇ, ਕਿਤਨਾ ਰਿਕਾਰਡ ਦੇਣਗੇ। ਇਸ ਤੋਂ ਇਲਾਵਾ ਇੱਕ ਹੋਰ ਪ੍ਰੋਬਲਮ ਹੈ ਕਿ ਇੱਥੇ ਵਰਬਲ ਠੇਕਾ ਚੱਲਦਾ ਜੀ। ਜਿਵੇਂ ਸਪੋਜ਼ ਮੇਰੇ ਕੋਲ 20 ਏਕੜ ਜ਼ਮੀਨ ਹੈ, ਜੇ ਮੈਂ ਵਿਸ਼ਵਾਸ ਤੇ ਕੋਈ ਲਿਖਤੀ ਪੜਤੀ ਨਹੀਂ ਹੈਗਾ ਜੀ, ਉਹ ਕਿਸ ਤਰ੍ਹਾਂ ਇਹਨਾਂ ਨੂੰ ਕਰ ਪਾਉਣਗੇ ਜੀ? ਇਹ ਗੱਲ ਹੀ ਨਹੀਂ ਸਮਝ ਰਹੇ ਜੀ, ਨਾ ਇਹ ਖੇਤੀ ਕਾਨੂੰਨਾਂ ਤੇ ਗੰਭੀਰਤਾ ਨਾਲ ਸਮਝ ਰਹੇ ਆ। ਮੈਂ ਬੀਜੇਪੀ ਤੋਂ ਰਿਐਕਸ਼ਨ ਲਵਾਂਗਾ, ਪਰ ਇੱਕ ਸਵਾਲ ਹੈ। ਨਹੀਂ ਇੱਕ ਸਵਾਲ ਹੈ ਸਰ, ਤੁਸੀਂ ਫਿਰ ਕਿਉਂ 3 ਸਾਲ ਤੋਂ ਟਾਲ ਰਹੇ ਹੋ? ਤੁਸੀਂ 3 ਸਾਲ ਪਹਿਲਾਂ ਹੀ ਮਨਾ ਕਰ ਦੇਣਾ ਸੀ ਕਿ ਨਹੀਂ ਇਹ ਫਾਰਮੂਲਾ ਅਸੀਂ ਨਹੀਂ ਦੇਖਣਾ ਹੈਗਾ। ਕਿਉਂ ਹਰ ਵਾਰੀ ਬੀਜੇਪੀ ਇਲਜ਼ਾਮ ਲਗਾਉਂਦੀ ਹੈ ਤੁਹਾਡੇ ਤੇ ਕਿ ਹਰ ਵਾਰੀ ਕਹਿੰਦੇ ਆ 6 ਮਹੀਨੇ ਹੋਰ, 6 ਮਹੀਨੇ ਹੋਰ, 6 ਮਹੀਨੇ ਹੋਰ? ਹੁਣ ਦੇਖੋ ਆ ਗਿਆ ਪੂਰਾ ਅਜਿਹਾ ਕੰਮ ਕਿ ਹੁਣ ਕਰੀਏ ਕੀ? ਗੌਰਵ ਜੀ ਗੱਲ ਇਸ ਤਰ੍ਹਾਂ ਵਾ, ਜਦੋਂ ਇਹਨਾਂ ਨੂੰ ਕੋਈ ਗੱਲ ਨਹੀਂ ਲੱਭਦੀ ਇਹ ਆਪਣਾ ਪੱਲਾ ਝਾੜ ਦਿੰਦੇ ਸਟੇਟ ਗਵਰਨਮੈਂਟ ਤੇ। ਦੇਖੋ 2009 ਚ ਜਦੋਂ ਅਕਾਲੀ ਦਲ BJP ਦੀ ਸਰਕਾਰ ਸੀ ਨਾ ਜੀ ਪੰਜਾਬ 'ਚ, ਇਹਨਾਂ ਨੇ ਬਾਦਲ ਸਾਹਿਬ ਤੇ ਇਹਨਾਂ ਨੇ ਫਾਰਮੂਲਾ ਲਿਆਂਦਾ ਸੀ, ਉਹਦੇ ਅਗੇਂਸਟ ਸਾਰੇ ਆੜਤੀਏ ਕਿਸਾਨ। ਹਾਈ ਕੋਰਟ ਦਾ 2013 ਚ ਬਾਅਦ ਚ ਫੈਸਲਾ ਆਇਆ ਕਿ ਕਿਸਾਨਾਂ ਤੇ ਆੜਤੀਆਂ ਦੇ ਵਿੱਚ ਛੱਡ ਦੇਣਾ ਚਾਹੀਦਾ, ਆਪਸ਼ਨਲ ਕਰ ਦੇਣਾ ਚਾਹੀਦਾ। ਜਿੰਨੇ ਸਿੱਧੀ ਅਦਾਇਗੀ ਲੈਣੀ ਉਹ ਸਿੱਧੀ ਲੈ ਲੈ, ਜਿੰਨੇ ਥਰੂ ਆੜਤੀਏ ਲੈਣੀ ਉਹ ਲੈ ਲੈ। ਠੀਕ ਹੈ ਜੀ, ਉਹ ਚੱਲਦਾ ਰਿਹਾ। ਉਸ ਤੋਂ ਬਾਅਦ ਇਹਨਾਂ ਨੇ 18 ਚ ਦਬਾਅ ਪਾਉਣਾ ਸ਼ੁਰੂ ਕਰਤਾ ਪੰਜਾਬ ਸਰਕਾਰ ਤੇ ਕਿ ਜੀ ਤੁਸੀਂ ਇਹਨਾਂ ਨੂੰ DBT ਤੇ ਲਾਗੂ ਕਰੋ। ਅਸੀਂ ਇਹਨਾਂ ਨੂੰ ਫੇਰ ਇਹੋ ਹੀ ਗੱਲ ਕਹਿੰਦੇ ਰਹੇ ਕਿ ਇੱਥੇ ਪੰਜਾਬ ਦੇ ਹਾਲਾਤ ਹੋਰ ਨੇ, ਇਹ ਖੇਤੀ ਪ੍ਰਧਾਨ ਸੂਬਾ ਵਾ, ਇਹਨੂੰ ਗੱਲ ਨੂੰ ਸਮਝੋ, ਇਸ ਕਰਕੇ ਇਹਨੂੰ ਟਾਲੋ। ਸੋ ਇਹ ਗੱਲ ਕਰਦੇ ਰਹੇ ਕਿ ਜੀ ਅਸੀਂ ਕੋਈ ਨਹੀਂ, ਅਸੀਂ ਇੱਥੇ ਵਿਚਾਰ ਕਰ ਲਾਂਗੇ। ਕੀਤਾ ਇਹਨਾਂ ਕੁਝ ਵੀ ਨਹੀਂ। ਉਲਟਾ ਕਹਿੰਦੇ ਨੇ ਸਰ, ਉਲਟਾ ਕਹਿੰਦੇ ਨੇ ਕਿ ਤੁਸੀਂ ਟਾਲਦੇ ਰਹੇ। ਸਰੀਨ ਸਾਹਿਬ ਸਾਡੇ ਨਾਲ ਨੇ, ਮੈਂ ਉਹਨਾਂ ਤੋਂ ਰਿਐਕਸ਼ਨ ਲੈ ਲਵਾਂ। ਮੈਂ ਪੰਧੇਰ ਸਾਹਿਬ ਤੁਹਾਡੇ ਕੋਲ ਆਉਂਗਾ। ਸਰੀਨ ਸਾਹਿਬ ਨਹੀਂ, ਸਰੀਨ ਸਾਹਿਬ ਦੇਖੋ ਕਾਂਗਰਸ ਕਹਿੰਦੀ ਹੈ, ਸੁਣਿਆ ਹੋਏਗਾ ਤੁਸੀਂ ਸਰੀਨ ਸਾਹਿਬ। ਗੌਰਵ ਜੀ, ਖੁੱਲਰ ਸਾਹਿਬ ਬਿਹਤਰ ਹੁੰਦਾ ਆਪਣਾ ਰਿਕਾਰਡ ਚੈੱਕ ਕਰਕੇ ਆਂਦੇ। ਮੈਨੂੰ ਇਹ ਇੱਕ ਚਿੱਠੀ ਦਿਖਾ ਦੇਣ, ਇੱਕ ਚਿੱਠੀ ਸਰਕਾਰ ਦੀ ਹੁਣ ਤੱਕ ਦੀ, ਜਿਹਦੇ ਚ ਇਹਨਾਂ ਨੇ ਕਿਹਾ ਹੋਵੇ ਕਿ DBT ਲਾਗੂ ਨਾ ਕੀਤੀ ਜਾਵੇ। ਔਰ ਇਹਨਾਂ ਦੀਆਂ ਸਾਰੀਆਂ ਚਿੱਠੀਆਂ ਇਹੀ ਸੀਗੀਆਂ ਕਿ ਅਸੀਂ ਰਿਕਾਰਡ ਔਰ ਸਿਸਟਮ ਨੂੰ ਅਪਡੇਟ ਕਰ ਰਹੇ ਹਾਂ, ਸਾਨੂੰ 6 ਮਹੀਨੇ ਜਾਂ ਸਾਲ ਦਾ ਟਾਈਮ ਦੇ ਦਿੱਤਾ ਜਾਵੇ। ਇੱਕ ਵੀ ਚਿੱਠੀ ਖੁੱਲਰ ਸਾਹਿਬ ਦਿਖਾ ਦੇਣ। ਖੁੱਲਰ ਸਾਹਿਬ ਹੈਗੀ ਹੈ ਚਿੱਠੀ ਅਜਿਹੀ ਕੋਈ ਜਦੋਂ ਤੁਸੀਂ ਵਿਰੋਧ ਕੀਤਾ ਹੋਵੇ ਕਿ ਅਸੀਂ ਨਹੀਂ ਲਾਗੂ ਕਰਨੀ? ਨਹੀਂ, ਇਸ ਵੇਲੇ ਮੇਰੇ ਕੋਲ ਚਿੱਠੀ ਅਵੇਲੇਬਲ ਨਹੀਂ, ਇਸ ਵੇਲੇ ਮੇਰੇ ਕੋਲ ਚਿੱਠੀ ਅਵੇਲੇਬਲ ਨਹੀਂ ਹੈ। ਮੈਂ ਤੁਹਾਨੂੰ ਦੱਸ ਰਿਹਾ ਗੌਰਵ ਜੀ ਬੜੀ ਜ਼ਿੰਮੇਵਾਰੀ ਨਾਲ, ਇਹਨਾਂ ਨੂੰ ਇਹ ਕਿਹਾ ਸੀਗਾ ਜੇ DBT ਲਾਗੂ ਕਰਨਾ ਚਾਹੁੰਦੇ ਆ, ਅਸੀਂ ਇਹਦੇ ਤੇ ਕਿਸਾਨਾਂ ਔਰ ਆੜਤੀਆਂ ਦੀ ਰਾਏ ਲੈ ਕੇ ਪ੍ਰੋਪਰ ਸਿਸਟਮ ਇੱਕ ਕਰਕੇ ਉਹਨੂੰ ਲੂਪ 'ਚ ਲੈ ਕੇ ਕੰਮ ਕੀਤਾ ਜਾਵੇ। ਅਸੀਂ ਇਹ ਕਦੀ ਵੀ ਨਹੀਂ ਕਿਹਾ ਕਿ ਜੀ ਤੁਸੀਂ ਨਾ ਕਰੋ, ਬਟ ਅਸੀਂ ਉੱਥੇ ਕਿਸਾਨਾਂ ਔਰ ਆੜਤੀਆਂ ਦੀ ਵੀ ਗੱਲ ਨੂੰ ਲੂਪ 'ਚ ਲੈਣ ਦੀ ਗੱਲ ਕੀਤੀ ਹੈ ਚਿੱਠੀਆਂ 'ਚ। ਗੌਰਵ ਜੀ ਕਹਿੰਦੇ ਅਸੀਂ ਮਨਾ ਤਾਂ ਕਰਿਆ ਹੀ ਨਹੀਂ। ਸਰੀਨ ਸਾਹਿਬ ਉਹ ਕਹਿੰਦੇ ਅਸੀਂ ਮਨਾ ਤਾਂ ਕਰਿਆ ਹੀ ਨਹੀਂ। ਉਹ ਕਹਿੰਦੇ ਅਸੀਂ ਮਨਾ ਨਹੀਂ ਕਰਿਆ, ਪਰ ਅਸੀਂ ਇਹ ਕਹਿ ਰਹੇ ਹਾਂ ਕਿ ਆੜਤੀਆਂ ਨੂੰ, ਕਿਸਾਨਾਂ ਨੂੰ ਲੂਪ 'ਚ ਲਵੋ। ਤੁਸੀਂ ਆਪਣੇ ਆਪ ਡਿਸੀਜਨ ਨਾ ਲੈ ਲਓ ਕਿ ਪੰਜਾਬ ਤੇ ਲਿਆ ਕੇ ਲਾਗੂ ਕਰ। ਮੈਂ ਕਹਿੰਦਾ ਇਹ ਵੀ ਗੱਲ ਕਹੀ ਹੋਵੇ ਤੇ ਇੱਕ ਵੀ ਲੈਟਰ ਦਿਖਾ ਦੇਣ। ਖੁੱਲਰ ਸਾਹਿਬ ਇਹ ਤਾਂ ਹਰ ਇੱਕ ਪੁਆਇੰਟ ਦੇ ਉੱਤੇ ਚੈਲੰਜ ਹੈ, ਹਰ ਇੱਕ ਪੁਆਇੰਟ ਦੇ ਉੱਤੇ ਕਰ ਰਹੀ ਹੈ BJP ਤੁਹਾਨੂੰ ਚੈਲੰਜ। ਇਹ ਤੇ ਗੱਲ ਇਹ ਆ ਗੌਰਵ ਜੀ ਗੱਲ ਇਹ ਆ, ਇਹਨਾਂ ਕੋਲ ਕੋਈ ਮੁੱਦਾ ਨਹੀਂ ਹੈ। ਇਹ ਸਿਰਫ ਹੁਣ ਬੇਬੁਨਿਆਦ ਗੱਲਾਂ ਕਰਕੇ ਚੈਲੰਜ ਕਰ ਰਹੇ ਆ। ਮੈਂ ਦਾਅਵੇ ਨਾਲ ਇਹ ਗੱਲ ਕਹਿਣਾ ਵਾ ਜੀ, ਅਸੀਂ ਇਹਨਾਂ ਨੂੰ ਜਦੋਂ ਕੱਲ ਭਰਤ ਭੂਸ਼ਣ ਆਸ਼ੂ ਜੀ, ਮਨਪ੍ਰੀਤ ਬਾਦਲ ਜੀ, ਸਿੰਗਲਾ ਜੀ ਵੀ ਗਏ ਆ, ਕੀਤੀ ਸੀਗੀ ਉਹ ਸਰੀਨ ਸਾਹਿਬ ਚਿੱਠੀ ਨਹੀਂ ਮੈਂ ਲੈ ਆਉਂਗਾ। ਮੇਰੇ ਕੋਲ 10 ਦਿਨ ਪਹਿਲਾਂ ਵੀ ਕਿਹਾ ਸੀਗਾ ਇਹ ਚਿੱਠੀ ਹੁੰਦੀ ਤਾਂ ਲੈ ਕੇ ਆਉਂਦੇ ਨਾ। ਸਰੀਨ ਸਾਹਿਬ ਮੇਰੀ ਗੱਲ ਸੁਣੋ, ਚਿੱਠੀ ਹੁੰਦੀ ਲੈ ਕੇ ਆਉਂਦੇ। ਨਾ ਵਧਾਓ, ਆਰਾਮ ਨਾਲ ਗੱਲ ਸੁਣੋ। ਚਾਹੇ ਸੀਗੇ ਤੁਸੀਂ ਕਿਹਾ ਕਿ ਅਸੀਂ ਜਿਹੜਾ ਹੈਗਾ ਨਾ ਤੁਹਾਨੂੰ ਕਿਹਾਂਗੇ ਚਿੱਠੀ ਦੇ ਦਾਂਗੇ,
चिट्ठी दिखाओ केड़ी है साहब, ਤੁਸੀਂ ਹੁਣ ਤੱਕ ਐਗਰੀ ਕਰਦੇ ਆਏ ਹੋ ਤੁਹਾਡੀ देखो जी, ਐਗਰੀਮੈਂਟ ਹੈਗਾ ਵਾ ਉਹ ਗੱਲ ਤੇ ਸੁਣ ਲਓ ਸਰੀਨ ਸਾਹਿਬ, ਗੱਲ ਤੇ ਸੁਣ ਲਓ। ਕਿਉਂ ਬੀਪੀ ਹਾਈ ਕਰ ਰਹੇ ਹੋ? ਕਿਉਂ ਬੀਪੀ ਹਾਈ ਕਰ ਰਹੇ ਹੋ ਸਰੀਨ ਸਾਹਿਬ? ਗੱਲ ਕਰ ਲਓ, ਕੰਪਲੀਟ ਕਰ ਲਓ ਤੁਸੀਂ। ਆਪਾਂ ਪੰਦੇੜ ਸਾਹਿਬ ਤੋਂ ਰਿਐਕਸ਼ਨ ਲਵਾਂਗੇ, ਉਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਮਾਮਲਾ ਕੀ ਹੈ। ਗੌਰਵ ਜੀ ਇਸ ਤਰ੍ਹਾਂ ਵਾ, ਗੌਰਵ ਜੀ ਇਸ ਤਰ੍ਹਾਂ, ਜੇ ਆਪਾਂ ਚਿੱਠੀ ਇਹ ਨਾ ਪਾਈ ਹੁੰਦੀ, ਜਿਹੜੀ ਫਸਲ ਖਰੀਦ ਦੀ ਨੋਟੀਫਿਕੇਸ਼ਨ ਕੀਤੀ ਆ ਉਹਦੇ 'ਚ ਆਪਾਂ ਡਾਇਰੈਕਟ ਪੇਮੈਂਟ ਦੀ ਗੱਲ ਹੀ ਨਹੀਂ ਕੀਤੀ, ਅਸੀਂ ਪੁਰਾਣੇ ਪ੍ਰੋਸੀਜਰ ਨਾਲ ਨੋਟੀਫਿਕੇਸ਼ਨ ਕੀਤੀ ਹੈ ਕਿ ਥਰੂ ਆੜਤੀਆ ਦੀ ਹੋਏਗੀ। ਐਵੇਂ ਸਰੀਨ ਸਾਹਿਬ ਗੁੰਮਰਾਹ ਕਰਨ ਲਈ ਇਹਨਾਂ ਨੂੰ ਬੀਜੇਪੀ ਨੂੰ ਇੱਕੋ ਢੰਗ ਰਹਿ ਗਿਆ, ਗੁੰਮਰਾਹ ਕਰੀ ਜਾਓ ਚੈਨਲਾਂ ਤੇ ਬਹਿ ਕੇ, ਝੂਠ ਦਾ ਠੀਕ ਹੈ, ਪਰ ਰਿਐਕਸ਼ਨ ਲੈ ਲਈਏ ਇੱਕ ਵਾਰੀ ਕਲੀਅਰ ਰਿਐਕਸ਼ਨ ਲੈ ਲਈਏ। ਸਰੀਨ ਸਾਹਿਬ ਗੱਲ ਰੱਖ ਦਿਓ ਆਪਣੀ, ਤੁਸੀਂ ਨਾ ਪੰਦੇੜ ਸਾਹਿਬ ਇੰਤਜ਼ਾਰ ਕਰ ਰਹੇ ਨੇ ਬਹੁਤ ਸਮੇਂ ਤੋਂ। ਸਰੀਨ ਸਾਹਿਬ ਜੀ 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 ਬੋਲੋ। ਮੈਨੂੰ ਖੁੱਲਰ ਸਾਹਿਬ ਇਹ ਕਹਿੰਦੇ ਨੇ ਕਿ ਅਸੀਂ ਨੋਟੀਫਿਕੇਸ਼ਨ ਕਰਤੀ, ਜਿਹੜੀ ਸੈਂਟਰਲ ਪ੍ਰੋਕਿਉਰਮੈਂਟ ਦਾ ਤੁਹਾਡਾ ਹੈਗਾ ਵਾ ਲੈਟਰ ਦਾ ਜਿਹੜੀਆਂ ਆਪਸ ਐਕਸਚੇਂਜ ਹੋਈਆਂ ਉਹ ਕਿੱਥੇ ਨੇ? ਕੋਈ ਗੱਲ ਕਰਦੇ ਹੋ ਸੈਂਟਰ ਨਾਲ, ਜੋ ਗੱਲ ਕਰਦੇ ਹੋ ਸਟੇਟ 'ਚ ਆ ਕੇ ਕੁਝ ਹੋਰ ਬੋਲਦੇ ਹੋ ਆਪਣੇ ਪੋਲੀਟੀਕਲ ਸਟੰਟ ਦੇ ਵਾਸਤੇ। ਸੈਂਟਰ ਨਾਲ ਤੁਸੀਂ ਐਗਰੀ ਕਰਕੇ ਆਉਂਦੇ ਹੋ। ਨਹੀਂ ਸਰੀਨ ਸਾਹਿਬ ਠੀਕ ਹੈ, ਤੁਸੀਂ ਲੈਟਰਾਂ ਵਾਲੀ ਜ਼ਿਕਰ ਕਰ ਰਹੇ ਹੋ ਕਿ ਲੈਟਰ ਨਹੀਂ ਦਿਖਾ ਰਹੇ, ਚਿੱਠੀਆਂ ਦਿਖਾ ਰਹੇ। ਕਿਸਾਨਾਂ ਦੀ ਫੈਡਰਲ ਸਟਰਕਚਰ ਤੇ ਵਾਰ ਕਰਦੀ ਹੈ ਤੇ ਇੱਥੇ ਆ ਕੇ ਕਿਸਾਨਾਂ ਦੇ ਹਿੱਤ ਬਣਦੀ ਹੈ। ਇਹ ਤੁਹਾਡਾ ਡਬਲ ਚਿਹਰਾ ਵਾ। ਸਾਡਾ ਜਵਾਬਦੇਹੀ ਕੱਲੀ ਪੰਜਾਬ ਸਰਕਾਰ ਦੀ ਤਾਂ ਸਰੀਨ ਸਾਹਿਬ ਨਹੀਂ ਹੈ, ਜਵਾਬਦੇਹੀ ਤਾਂ ਮੈਂ ਸਟਾਰਟਿੰਗ 'ਚ ਕਿਹਾ ਸੀ ਕਿ ਤੁਹਾਡੀ ਵੀ ਹੈਗੀ ਹੈ ਕਿ ਜੇ ਅੱਜ ਵਿਰੋਧ ਹੋ ਰਿਹਾ ਤਾਂ ਤੁਸੀਂ ਵੀ ਦੇਖਣਾ ਕਿ ਹੁਣ ਪੰਜਾਬ ਸਰਕਾਰ ਨੇ ਨਹੀਂ ਚਿੱਠੀ ਲਿਖੀ ਜਾਂ ਅੱਜ ਨਹੀਂ ਦਿਖਾ ਰਹੇ ਤਾਂ ਇਸ ਦਾ ਮਤਲਬ ਇਹ ਥੋੜੀ ਕਿ ਠੀਕ ਹੈ ਉਹ ਪੰਜਾਬ ਨੇ ਮੰਨ ਲਿਆ ਤੇ ਕਿਸਾਨਾਂ ਆੜਤੀਆਂ ਨੇ ਵੀ ਮੰਨ ਲਿਆ। ਗੌਰਵ ਜੀ ਹੁਣ ਮੈਂ ਇਹਦਾ ਵੀ ਜਵਾਬ ਦੇ ਦਿੰਦਾ, ਡਾਇਰੈਕਟ ਬੈਨੀਫਿਟ ਟ੍ਰਾਂਸਫਰ ਜਿਹੜਾ ਮੈਂ ਮਾਲ ਲੈ ਰਿਹਾ ਮੈਂ ਕਿਸਾਨ ਨੂੰ ਕਿਉਂ ਨਾ ਸਿੱਧੀ ਪੇਮੈਂਟ ਦਿਆਂ? ਕਿਉਂ ਡਾਇਰੈਕਟ ਬੈਨੀਫਿਟ ਗੱਲ ਕਰ ਰਹੇ ਹੋ ਵੀ ਸੁਣ ਲਓ। ਤੁਸੀਂ ਸਾਡੇ ਟੈਲੀਵਿਜ਼ਨ ਨੇ ਰਾਤ ਨੂੰ ਟੈਲੀਕਾਸਟ ਕੀਤਾ ਕਿ ਕਿੰਨੇ ਟਨ ਬਾਹਰੋਂ ਕਣਕ ਆ ਗਈ ਹੈ। ਮੈਂ ਹੁਣ ਐਗਜ਼ਾਮਪਲ ਦੇ ਕੇ ਦੱਸ ਰਿਹਾ ਕਿਉਂ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਪੰਜਾਬ ਦੇ ਹਿੱਤ ਦੇ ਵਿੱਚ ਹੈ, ਕਿਸਾਨ ਦੇ ਹਿੱਤ ਦੇ ਵਿੱਚ ਹੈਗਾ। ਕਿਸਾਨ ਦਾ ਹੱਕ ਮਾਰ ਰਹੀ ਹੈ ਕਾਂਗਰਸ। ਪਿਛਲੀ ਵਾਰੀ ਝੋਨੇ ਦੇ ਵਿੱਚ ਮੈਂ ਅੱਗੇ ਵੀ ਤੁਹਾਡੇ ਨਾਲ ਸਾਂਝਾ ਕੀਤਾ ਸੀਗਾ, ਹੱਕ ਤੇ ਤੁਸੀਂ ਮਾਰਿਆ ਵਾ, 50 ਲੱਖ ਪਿੱਠ 'ਚ ਛੁਰਾ ਤੁਸੀਂ ਮਾਰਿਆ ਕਿਸਾਨੀ ਦੀ। ਜਿਹੜੇ ਪੰਜਾਬ ਨੇ ਸਾਰੇ ਦੇਸ਼ ਦਾ ਢਿੱਡ ਭਰਿਆ, ਤੁਸੀਂ ਕਾਲੇ ਕਾਨੂੰਨ ਲਿਆ ਕੇ ਉਹਦੇ ਢਿੱਡ 'ਚ ਪਿੱਠ 'ਚ ਛੁਰਾ ਮਾਰਿਆ ਵਾ। ਤੁਸੀਂ MSP ਲਾਗੂ ਕਿਉਂ ਨਹੀਂ ਕਰਦੇ ਬਾਕੀ ਸਟੇਟਾਂ 'ਚ? ਬਾਹਰੋਂ ਕਿਉਂ ਆਵੇਗਾ ਨਾ ਕਿੱਥੇ? ਜੇ ਤੁਸੀਂ ਸਿਸਟਮ ਨੂੰ ਪ੍ਰੋਪਰ ਕੀਤਾ ਹੁੰਦਾ ਤੇ ਕਿਸੇ ਨੂੰ ਕੀ ਲੋੜ ਹੈ ਇੱਥੇ ਆ ਕੇ ਲਿਆਉਂਦੀ? ਤੁਸੀਂ ਸਿਸਟਮ ਹੀ ਸਾਰਾ ਬੇੜਾ ਗਰਕ ਕਰਕੇ ਰੱਖਤਾ ਦੇਸ਼ ਦਾ। ਤੁਸੀਂ 70 ਸਾਲ ਕੀ ਕਰਦੇ ਰਹੇ? 70 ਸਾਲ ਕੀ ਕਰਦੇ ਰਹੇ? ਬੇੜਾ ਗਰਕ ਮਜ਼ਦੂਰ ਬਣਾਤੇ ਤੁਸੀਂ ਬਿਹਾਰ ਦੇ ਮਾਡਲ। ਤੁਸੀਂ ਜਿਹੜਾ ਕਾਲੇ ਕਾਨੂੰਨਾਂ ਦੇ ਤਹਿਤ ਮਜ਼ਦੂਰ ਬਣ ਗਏ, ਖੇਤਾਂ ਦੇ ਮਾਲਕ। ਹੁਣ ਤੁਸੀਂ ਪੰਜਾਬ ਦਾ ਬੇੜਾ ਗਰਕ ਕਰਨ ਦੇ ਹੋ। ਮੈਂ ਐਵੀਡੈਂਸ ਦੀ ਗੱਲ ਕਰ ਰਿਹਾ। 50 ਲੱਖ ਟਨ ਦੀ ਪ੍ਰੋਕਿਉਰਮੈਂਟ ਕਿੱਥੋਂ ਹੋ ਗਈ ਪੰਜਾਬ ਦੇ ਵਿੱਚ? ਪੰਜਾਬ ਦੀ ਕੁੱਲ ਜਿਹੜੀ ਝੋਨੇ ਦੀ ਜਿਹੜਾ ਝੋਨਾ ਉੱਗ ਸਕਦਾ ਸੀਗਾ, ਬੰਪਰ ਕ੍ਰੌਪ ਹੋਈ ਹੈ। ਸਰੀਨ ਸਾਹਿਬ ਆਪਣੇ ਡਾਟੇ ਠੀਕ ਕਰੋ ਪਹਿਲਾਂ। ਬੰਪਰ ਕ੍ਰੌਪ ਹੋਈ ਪੰਜਾਬ ਦੇ ਵਿੱਚ। ਚਲੋ ਠੀਕ ਹੈ, ਮੈਂ ਇੱਕ ਸੈਕਿੰਡ ਵਿਚਾਲੇ ਰੁਕਦੇ ਆਪਾਂ ਪੰਦੇੜ ਸਾਹਿਬ ਨੂੰ ਐਡ ਕਰੀਏ। ਪੰਦੇੜ ਸਾਹਿਬ ਦਾ ਰਿਐਕਸ਼ਨ ਲਈਏ। ਠੀਕ ਹੈ ਸਰੀਨ ਸਾਹਿਬ ਥੋੜਾ ਜਿਹਾ ਸਮਾਂ ਦਿਵੋ। ਪ੍ਰਿੰਸ ਜੀ ਥੋੜਾ ਜਿਹਾ ਸਮਾਂ ਦਿਵੋ। ਆਪਾਂ ਪੰਦੇੜ ਸਾਹਿਬ ਨੂੰ ਕਿਸਾਨਾਂ ਤੋਂ ਤਾਂ ਪੁੱਛ ਲਈਏ ਕਿ ਦਿੱਕਤ ਉਹਨਾਂ ਨੂੰ ਕਿੱਥੇ ਹੈ। ਇੱਕ ਸੈਕਿੰਡ ਸਰ। ਪੰਦੇੜ ਸਾਹਿਬ ਦੇਖੋ, ਦੋ ਚੀਜ਼ਾਂ ਨੇ। ਇੱਕ ਤਾਂ ਉਹ ਕਹਿ ਰਹੇ ਨੇ ਕਿ 3 ਸਾਲ ਤੋਂ ਹੀ ਕੰਮ ਟਾਲਿਆ ਜਾ ਰਿਹਾ ਸੀ ਕਿ ਕਿਸਾਨਾਂ ਨੂੰ ਇਸ ਚੀਜ਼ ਦਾ ਪਤਾ ਸੀ ਕਿ ਕੇਂਦਰ ਦੀ ਸਰਕਾਰ ਕਹਿ ਰਹੀ ਹੈ ਕਿ ਡਾਇਰੈਕਟ ਸਿੱਧੀ ਅਦਾਇਗੀ ਅਸੀਂ ਕਰਨੀ ਹੈ ਤੇ ਪੰਜਾਬ ਸਰਕਾਰ ਨੇ ਤੁਹਾਡੇ ਤੱਕ ਗੱਲ ਪਹੁੰਚਾਈ ਹੋਵੇ। ਬੀਜੇਪੀ ਵਾਲੇ ਕਹਿੰਦੇ ਆ ਕਿ ਤਾਂ 3 ਸਾਲ ਤੋਂ ਹੋ ਰਿਹਾ ਸੀ, ਹਰ 6 ਮਹੀਨੇ ਬਾਅਦ ਕਹਿ ਦਿੰਦੇ ਸੀ ਕਿ 6 ਮਹੀਨੇ ਹੋਰ 6 ਮਹੀਨੇ ਹੋਰ। ਦੇਖੋ ਜੀ, ਜਿਹੜੇ ਖੇਤੀ ਦੇ ਕਾਨੂੰਨ ਆਏ ਸੀ ਕਹਿੰਦੇ ਰਹੇ ਵੀ ਲੰਮੀ ਤਿਆਰੀ ਸੀਗੀ ਇਹਦੀ ਸਾਰੇ ਕਾਸੇ ਦੀ। ਅਸੀਂ ਵੀ ਡਾਇਰੈਕਟ ਪੇਮੈਂਟ ਦੀ ਮੰਗ ਕਰਦੇ ਰਹੇ। ਦੇਖੋ ਡਾਇਰੈਕਟ ਪੇਮੈਂਟ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਸਮੱਸਿਆਵਾਂ ਦਾ ਤਾਂ ਹੱਲ ਕਰਨਾ ਪਊ ਕੇਂਦਰ ਨੂੰ, ਪੰਜਾਬ ਨੂੰ, ਵੀ ਉਹਦਾ ਲਾਅ ਕਿਵੇਂ ਬਣੇ। ਮੇਰਾ ਸਭ ਤੋਂ ਵੱਡਾ ਸਵਾਲ ਹੈ ਵੀ ਜਦੋਂ ਸੰਵਿਧਾਨ ਹੈ ਵਿੱਚ ਪੰਜਾਬ ਸਰਕਾਰ ਦੇ ਅੱਡ ਅਧਿਕਾਰ ਨੇ, ਕੇਂਦਰ ਦੇ ਅੱਡ ਨੇ। ਕੇਂਦਰ ਨੇ CCI ਲਿਮਿਟ ਦੇਣੀ ਹੁੰਦੀ ਆ, ਪੰਜਾਬ ਸਰਕਾਰ ਨੇ ਪਰਚੇਜ ਕਰਨੀ ਹੁੰਦੀ ਆ। ਤੁਸੀਂ APMC ਐਕਟ ਨੂੰ ਮਾਰ ਰਹੇ ਜੇ, ਇੱਥੇ ਤੁਹਾਡਾ ਕੇਂਦਰ ਦਾ ਕਾਨੂੰਨ ਲਾਗੂ ਹੋ ਰਿਹਾ ਇਸ ਵੇਲੇ। ਜੋ ਸੀ ਪੰਜਾਬ ਸਰਕਾਰ ਕੋ ਦੁੱਖ ਵਾਲੀ ਗੱਲ ਆ ਵੀ ਉਹ ਤੇ ਸਟੈਂਡ ਕੋਈ ਕਲੀਅਰ ਲੈ ਹੀ ਨਹੀਂ ਸਕੀ, ਵਿੱਚ ਵਿਚਾਲਾ ਜਿਹਾ ਰਾਹ ਰੱਖਿਆ ਵਾ, ਕਦੀ ਇੱਧਰ ਤੇ ਕਦੀ ਉਧਰ। ਦੂਸਰਾ ਉਹ ਕਹਿ ਰਹੇ ਨੇ ਤੁਹਾਡੀ ਤਾਂ ਆੜਤੀਆਂ ਦੀ ਮਿਊਚੁਅਲ ਅੰਡਰਸਟੈਂਡਿੰਗ ਹੈਗੀ ਹੈ। ਤੁਸੀਂ ਦੇਖੋ ਪੰਜਾਬ ਦੀ ਵੱਡੀ ਸਮੱਸਿਆ ਨੂੰ 2.5 ਕਿੱਲੇ 5 ਕਿੱਲੇ ਵਾਲੇ ਦਾ ਗੁਜ਼ਾਰਾ ਨਹੀਂ ਹੈਗਾ। ਉਹਨੇ ਤਾਂ ਗਾਹਾਂ ਝੋਨੇ ਦੇ ਪੈਸੇ ਵੀ ਆੜਤੀਆਂ ਕੋਲ ਲਏ ਹੋਏ ਆ। ਤੁਸੀਂ ਇਹਨੂੰ ਮਿਊਚੁਅਲ ਅੰਡਰਸਟੈਂਡਿੰਗ ਕਿਵੇਂ ਲੋਕਾਂ ਦੀ ਸਮੱਸਿਆ ਨੂੰ ਕਿਵੇਂ ਕਹਿ ਕੇ ਟਾਲ ਦੋਗੇ? ਤੁਸੀਂ ਸਮੱਸਿਆ ਦਾ ਹੱਲ ਕੱਢੋ ਤੇ ਫਿਰ ਇਹ ਗੱਲ ਆਉਣੀ ਚਾਹੀਦੀ ਆ। ਤੀਸਰਾ ਇੱਕ ਸੁਣ ਲਿਓ, ਤੀਸਰਾ ਜਿਹੜਾ ਕਿਹਾ ਜਾ ਰਿਹਾ ਵੀ ਬਾਹਰੋਂ ਕਣਕ ਝੋਨਾ ਆ ਰਿਹਾ, ਮੈਂ ਕਹਿੰਦਾ ਪੰਜਾਬ ਸਰਕਾਰ ਕੋਲ ਇੱਥੇ ਡਿਬੇਟ ਨਹੀਂ ਹੋ ਰਹੀ, ਕੋਈ ਲਾਅ ਹੀ ਨਹੀਂ ਹੈਗਾ ਵੀ ਉਹ ਰੋਕ ਸਕੇ। ਆ ਕਿੰਨਾ ਚਿਰ ਹਾਈਵੇ ਜਾਮ ਰਿਹਾ, ਅਧਿਕਾਰੀ ਆ ਕੇ ਕਹਿੰਦੀ ਵੀ ਮੈਂ ਉੱਚ ਅਧਿਕਾਰੀਆਂ ਨੂੰ ਦੱਸੂਗੀ ਵੀ ਇਹ ਇੰਨਾ ਦਾਣੇ ਫੜੇ ਗਏ ਤਾਂ ਕਰਨਾ ਕੀ ਆ। ਕੋਈ ਲਾਅ ਨਹੀਂ ਹੈਗਾ। ਕੇਂਦਰ ਦੇ ਲਾਅ ਦੇ ਮੁਤਾਬਕ ਕੋਈ ਵੀ ਵਪਾਰੀ
ਜਿੱਥੋਂ ਮਰਜ਼ੀ ਜਾਵੇ ਉਹ ਅੰਨੀ ਲੁੱਟ ਕਰਕੇ ਪੰਜਾਬ ਦੀ ਮੰਡੀ ਚ ਲਿਆ ਕੇ ਪੰਦੇਰ ਸਾਹਿਬ ਦੇ ਪ੍ਰਦਰਸ਼ਨ ਤਾਂ ਹੋਏ ਨੇ ਨਾ, ਰੋਪੜ 'ਚ ਦੇਖੋ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ, ਬਠਿੰਡਾ ਦੇ ਵਿੱਚ ਤਾਂ ਕਣਕ ਫ੍ਰੀ 'ਚ ਚੁਕਵਾ ਦਿੱਤੀ। ਹਾਂ ਠੀਕ ਆ, ਪਰ ਉਹਦਾ ਹੱਲ ਤਾਂ ਨਹੀਂ ਹੋਇਆ। ਪੰਜਾਬ ਸਰਕਾਰ ਦੱਸੇ, ਪੰਜਾਬ ਦਾ ਉਹਨਾਂ ਕੋਲ ਲਾਅ ਕਿਹੜਾ ਵਾ, ਕਿਹੜੇ ਲਾਅ ਨਾਲ ਉਹਨਾਂ ਨੂੰ ਰੋਕਣਾ ਵਾ? ਲਾਅ ਕੋਈ ਨਹੀਂ ਹੈਗਾ। ਕੇਂਦਰ ਦਾ ਲਾਅ ਲਾਗੂ ਹੋ ਗਿਆ ਵੀ ਜਿਹੜਾ ਮਰਜ਼ੀ ਵਪਾਰੀ ਸਸਤੇ ਭਾਅ 'ਚ ਯੂਪੀ ਤੋਂ ਲੈ ਕੇ ਪੰਜਾਬ ਠੀਕ ਹੈ, ਆਪਾਂ ਜਵਾਬ ਲੈ ਲਈਏ। ਸਰੀਨ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ? ਜਵਾਬ ਮੈਂ ਦੇਣਾ ਪੰਦੇਰ ਸਾਹਿਬ। ਜੀ ਸਰੀਨ ਸਾਹਿਬ ਸੁਣ ਲਓ। ਜੀ ਸਰੀਨ ਸਾਹਿਬ ਦੇਖੋ ਇਹਦੇ 'ਚ ਕੀ ਹੈ, ਇਹ ਕਹਿੰਦੇ ਨੇ ਵਪਾਰੀ ਨੂੰ ਵੇਚੇ, ਕਣਕ ਲਿਆ ਕੇ ਵਪਾਰੀ ਨੂੰ ਵੇਚੇ, ਕਿਸੇ ਨੂੰ ਕੋਈ ਇਤਰਾਜ਼ ਨਹੀਂ। ਕਣਕ ਲਿਆ ਕੇ ਆੜਤੀਏ ਥਰੂ ਸਰਕਾਰ ਨੂੰ ਵੇਚੇ, ਇਸ ਗੱਲ ਤੇ ਇਤਰਾਜ਼ ਹੈ। ਬਾਹਰੋਂ ਮਾਲ ਲਿਆ ਰਿਹਾ, ਬਾਹਰ ਵਪਾਰੀ ਨੂੰ ਵੇਚੇ, ਕਿਸੇ ਨੂੰ ਕੀ ਇਤਰਾਜ਼ ਹੈ? ਫ੍ਰੀ ਟ੍ਰੇਡ ਹੈਗਾ, ਕਰੇਗਾ। ਖੁੱਲਰ ਸਾਹਿਬ ਜਵਾਬ ਦੇ ਦਿਓ, ਇਹ ਜਿਹੜੀ ਕਾਲਾ ਬਾਜ਼ਾਰੀ ਹੈ। ਨਹੀਂ ਦੇਖੋ, ਕੇਂਦਰ ਦਾ ਤਰਕ ਇਹੀ ਹੈ ਕਿ ਕਾਲਾ ਬਾਜ਼ਾਰੀ ਰੋਕਣ ਵਾਸਤੇ ਇਹ ਸਭ ਕੁਝ ਅਸੀਂ ਕਰ ਰਹੇ ਹਾਂ ਕਿ ਕਾਲਾ ਬਾਜ਼ਾਰੀ ਹੁੰਦੀ ਹੈ, ਪਰ ਪੰਦੇਰ ਸਾਹਿਬ ਕਹਿੰਦੇ ਨੇ ਤੁਸੀਂ ਰੋਕ ਹੀ ਨਹੀਂ ਸਕਦੇ। ਕੇਂਦਰ ਦੇ ਕਾਨੂੰਨ ਦੇ ਮੁਤਾਬਕ ਤੁਸੀਂ ਰੋਕ ਹੀ ਨਹੀਂ ਸਕਦੇ ਕੋਈ ਲਿਆ ਕੇ ਕਣਕ ਜਾਂ ਕੋਈ ਵੀ ਫਸਲ ਇੱਥੇ ਵੇਚ ਰਿਹਾ। ਸ਼ੁਕਲਾ ਸਾਹਿਬ, ਇਹੋ ਤੇ ਇਸ ਗੱਲ ਦਾ ਰੋਣਾ ਇਹਨਾਂ ਨੂੰ ਰੋ ਰਹੇ ਆ। ਇਹ ਬੀਜੇਪੀ ਵਾਲਿਆਂ ਨੂੰ ਪਤਾ ਨਹੀਂ ਕਿੰਨੇ ਸਲਾਹ ਦਿੱਤੀ, ਇਹਨਾਂ ਨੂੰ ਪਤਾ ਕੁਛ ਹੈ ਨਹੀਂ ਕਿਸਾਨੀ ਬਾਰੇ, ਨਾ ਇਹਨਾਂ ਨੂੰ ਕੋਈ ਪੰਜਾਬ ਦੀ ਜ਼ਮੀਨੀ ਹਕੀਕਤ ਪਤਾ। ਇਹ ਚਮਚਾਗਿਰੀ ਕਰਦੇ ਨੇ, ਇੱਥੋਂ ਦੇ ਨੁਮਾਇੰਦੇ ਪੰਜਾਬ ਇਕਾਈ ਦੇ ਜਾ ਕੇ। ਉਹ ਤੇ ਗੱਲ ਹੈ ਨਾ ਜੀ, ਤੁਸੀਂ ਤੇ ਆਪਣੇ ਇਲਾਜ ਕਹਿਤਾ ਜੀ, ਜਿਹਨੂੰ ਮਰਜ਼ੀ ਕੋਈ ਖੁੱਲੀ ਮੰਡੀ ਹੈ, ਜਿੱਥੇ ਮਰਜ਼ੀ ਵੇਚ ਸਕਦਾ ਵਾ। ਪ੍ਰਾਈਵੇਟ ਮੰਡੀਆਂ ਲਾਓ, ਕਰ ਦਿਓ, ਇਹ ਕਰ ਦਿਓ, ਉਹ ਕਰ ਦਿਓ। ਸੋ ਆਪਾਂ ਕਣਕ ਦੀ ਕਾਲਾ ਬਾਜ਼ਾਰੀ ਨਹੀਂ ਹੋ ਰਹੀ ਕਿ ਇਹ ਜਿਹੜੇ ਕਾਨੂੰਨ ਖੁੱਲਰ ਸਾਹਿਬ ਹੁਣ ਕਣਕ ਦੀ ਕਾਲਾ, ਦੇਖੋ ਰੋਪੜ ਦੇ ਵਿੱਚ, ਬਠਿੰਡਾ ਦੇ ਵਿੱਚ ਹੋਇਆ ਨਾ ਪ੍ਰਦਰਸ਼ਨ ਹੋ ਗਏ ਉੱਥੇ, ਤੇ ਕਾਲਾ ਬਾਜ਼ਾਰੀ ਤੁਸੀਂ ਮੰਨਦੇ ਹੋ ਕਿ ਨਹੀਂ ਮੰਨਦੇ? ਬਿਲਕੁਲ ਮੈਂ ਆ ਰਿਹਾ ਸਰੀਨ ਸਾਹਿਬ, ਆ ਰਿਹਾ। ਦੇਖੋ ਗੌਰਵ ਜੀ, ਹਰ ਇੱਕ ਜਗ੍ਹਾ ਤੇ ਬਲੈਕ ਸ਼ੀਪਸ ਹੁੰਦੀਆਂ ਨੇ, ਮੈਂ ਇਸ ਗੱਲ ਤੋਂ ਡਿਨਾਈ ਨਹੀਂ ਕਰਦਾ। ਜਿਹੜੀ ਵੀ ਉੱਥੇ ਪ੍ਰਸ਼ਾਸਨ ਕਾਰਵਾਈ ਕਰੇਗਾ, ਜੋ ਅੱਜ ਫੜੇ ਗਏ ਆ ਉਹ ਪ੍ਰੋਸੈਸ ਚੱਲ ਰਿਹਾ, ਜਿਹੜਾ ਕਾਰਵਾਈ ਉਹਨਾਂ ਤੇ ਬੰਦੀ ਹੋਏਗੀ ਜੀ ਐਸ ਪਰ ਲਾਅ। ਸਰੀਨ ਸਾਹਿਬ ਚਲੋ ਆਪਾਂ ਜਵਾਬ ਲੈ ਲਈਏ, ਜਵਾਬ ਲੈ ਲਈਏ। ਸਰੀਨ ਸਾਹਿਬ ਬੋਲ ਰਹੇ ਨੇ, ਝੂਠ ਬੋਲ ਰਹੇ ਨੇ ਜੀ, ਇਹਨਾਂ ਨੂੰ ਨਾ ਕੋਈ ਗਰਾਊਂਡ ਰਿਐਲਿਟੀ ਦਾ ਪਤਾ ਨਾ ਕੁਛ ਹੈ। ਹੁਣ ਸੁਣ ਲਓ ਮੇਰੀ ਗੱਲ ਨੂੰ, ਇਹ ਮਾਲ ਜਦੋਂ ਮੰਡੀ ਚ ਆਂਦਾ ਹੈ, ਗਵਰਨਮੈਂਟ ਏਜੰਸੀ ਹੈ, ਉਹ ਆੜਤੀਆਂ ਨੂੰ ਪੇਮੈਂਟ ਅੱਜ ਦੀ ਡੇਟ ਚ ਕਰ ਰਹੀ ਸੀਗੀ। ਆੜਤੀਆਂ ਅੱਗੋਂ ਚੈੱਕ ਕੱਟਦਾ ਕਿਸਾਨ ਨੂੰ। ਮੈਂ ਪੁੱਛਦਾ ਜਿਹੜੀ ਬਾਹਰੋਂ ਕਣਕ ਆ ਕੇ ਮੰਡੀ ਚ ਵਿਕੀ, ਉਹਦਾ ਕਿਹੜੇ ਕਿਸਾਨ ਨੂੰ ਚੱਕ ਗਿਆ? ਇਹ ਦੱਸੋ, ਆੜਤੀਆਂ ਨੇ ਕਿਹੜੇ ਕਿਸਾਨ ਨੂੰ ਚੱਕ ਕੱਟਿਆ? ਉਹਦੀ ਪੇਮੈਂਟ ਕਿਹੜੇ ਕਿਸਾਨ ਨੂੰ ਕੀਤੀ? ਬਾਹਰੋਂ ਕਿਹੜੀ ਦਿੱਤੀ ਨਹੀਂ, ਉਹਨਾਂ ਦੇ ਕਿਸਾਨਾਂ ਨੂੰ ਦਿੱਤੀ ਆੜਤੀਆਂ ਨੇ। ਬਾਹਰੋਂ ਕਿਹੜੀ ਸਰੀਨ ਜੀ ਵੇਖੀ ਹੈ? ਜਿਹੜਾ ਝੋਨਾ ਹੈ 50 ਲੱਖ ਟਨ, ਉਹਦੀ ਪੇਮੈਂਟ ਕਿਹੜੇ ਕਿਸਾਨਾਂ ਨੂੰ ਗਈ ਹੈ? ਬੀਪੀ ਨਾ ਵਧਾਓ, ਟੀਵੀ ਤੇ ਬਹਿ ਕੇ ਬੀਪੀ ਤੁਸੀਂ ਜ਼ਿਆਦਾ ਵਧਾ ਲੈਂਦੇ ਹੋ ਕਿ ਤੁਹਾਡੇ ਕੋਲ ਜਵਾਬ ਨਹੀਂ ਹੁੰਦਾ ਕੋਈ। ਤੁਹਾਨੂੰ ਅੱਗੇ ਵੀ ਮੈਂ ਡਿਬੇਟ 'ਚ ਦੱਸ ਚੁੱਕਾ ਕਿ ਬੰਪਰ ਕ੍ਰੌਪ ਹੋਈ, ਉਹ ਪੂਰਾ ਰਿਕਾਰਡ ਹੈ ਉਹਦਾ। ਤੁਹਾਡੇ ਸੀਬੀਆਈ ਵਾਲੇ ਸ਼ੈਲਰਾਂ ਤੇ ਆੜਤੀਆਂ ਤੇ ਰੇਡਾਂ ਕਰਦੇ ਰਹੇ ਆ, ਇਨਕਮ ਟੈਕਸ ਵਾਲੇ, ਕੁਝ ਨਹੀਂ ਮਿਲਿਆ ਤੁਹਾਨੂੰ, ਕੋਈ ਇੱਕ ਕਾਗਜ਼ ਨਹੀਂ ਮਿਲਿਆ ਉੱਥੋਂ। ਸੋ ਇਸ ਕਰਕੇ ਫਾਲਤੂ ਜਿਹੜਾ ਹੈਗਾ ਵਾ ਉਹਦਾ ਨਾ ਕਰਿਆ ਕਰੀਏ। ਮੈਂ ਤੁਹਾਨੂੰ ਪੁੱਛਣਾ ਨਹੀਂ ਖੁੱਲਰ ਸਾਹਿਬ, ਦੇਖੋ ਜੋ ਥੋੜਾ ਜਿਹਾ ਆਪਾਂ ਆਰਾਮ ਨਾਲ ਗੱਲ ਕਰੀਏ, ਲੋਕਾਂ ਦੇ ਸਮਝ ਆ ਜਾਏਗੀ। ਮੈਂ ਇੱਕ ਵਾਰੀ ਸਮਝਾਉਣਾ ਜੀ, ਪ੍ਰਿੰਸ ਜੀ ਤੁਸੀਂ ਜਵਾਬ ਦਿਓ। ਬੀਜੇਪੀ ਇਹ ਕਹਿੰਦੀ ਹੈ ਕਿ ਜੇਕਰ ਸਭ ਕੁਝ ਰਿਕਾਰਡ ਦੇ ਵਿੱਚ ਹੋਵੇ ਕਿ ਕਿਹੜੇ ਕਿਸਾਨ ਕੋਲ ਕਿੰਨੀ ਜ਼ਮੀਨ ਹੈ, ਪੰਜਾਬ 'ਚ ਕਿੰਨੀ ਜ਼ਮੀਨ ਹੈ, ਤਾਂ ਉਸ ਦੇ ਮੁਤਾਬਿਕ ਸਾਡੇ ਕੋਲ ਅਪਰੋਕਸੀਮੇਟ ਪਤਾ ਲੱਗ ਜਾਏਗਾ ਕਿ ਹਾਂ ਇਸ ਵਾਰ 1 ਲੱਖ ਟਨ ਕਣਕ ਮਿਲੇਗੀ, 1 ਲੱਖ ਮੀਟ੍ਰਿਕ ਟਨ ਕਣਕ ਦੀ ਪੈਦਾਵਾਰ ਹੋਏਗੀ। ਚਲੋ ਵੱਧ ਗਈ 5-7 ਨੰਬਰ ਉੱਪਰ ਥੱਲੇ ਹੋ ਸਕਦੇ ਨੇ, ਪਰ ਬੀਜੇਪੀ ਦਾ ਦਾਅਵਾ ਇਹ ਹੈ ਕਿ ਜਿਹੜੀ ਕਾਲਾ ਬਾਜ਼ਾਰੀ ਹੈ ਨਾ, ਯੂਪੀ ਬਿਹਾਰ ਤੋਂ ਲਿਆ ਕੇ ਕਣਕ ਪੰਜਾਬ ਦੇ ਵਿੱਚ ਵੇਚਣ ਵਾਲੀ, ਉਹ ਰੁਕ ਜੇਗੀ, ਉਹ ਨਹੀਂ ਹੋਏਗੀ। ਫਿਰ ਜੇ ਕਿਸਾਨਾਂ ਦੇ ਖਾਤੇ ਸਿੱਧੇ ਪੈਸੇ ਜਾਣਗੇ ਤਾਂ ਫਿਰ ਉਹ ਕਿਹੜਾ ਕਿਸਾਨ ਹੈ ਪਤਾ ਲੱਗੇਗਾ। ਗੌਰਵ ਜੀ ਮੈਂ ਇੱਕ ਗੱਲ ਕਲੀਅਰ ਹੋਰ ਕਰਦੇ ਹਾਂ, ਖੁੱਲਰ ਸਾਹਿਬ ਨੇ ਇੱਕ ਗੱਲ ਦਾ ਜਵਾਬ ਦੇ ਦਿਓ, ਤੁਸੀਂ ਬਹੁਤ ਸਿਆਣੇ ਹੋ। ਇਹਨਾਂ ਦੇ ਜਿਹੜੇ ਕਾਲੇ ਕਾਨੂੰਨ ਨੇ ਉਹਦੇ ਚ ਮੰਡੀ ਦਾ ਦਿੱਤਾ ਵਾ ਕਿ ਜਿੱਥੇ ਮਰਜ਼ੀ ਕੋਈ ਜਾ ਕੇ ਵੇਚੇ। ਖੁੱਲਰ ਸਾਹਿਬ 20 ਸੈਕਿੰਡ ਦਿਓ, ਸਰੀਨ ਸਾਹਿਬ ਤੁਸੀਂ ਸਵਾਲ ਪੁੱਛ ਲਓ, ਫਿਰ ਸਮਾਂ ਵੀ ਪੂਰਾ ਜਿਹੜਾ ਰਿਕਾਰਡ ਮੈਂ ਪ੍ਰਿੰਸ ਜੀ ਤੁਹਾਡੇ ਕੋਲ ਆਣਾ 1 ਸੈਕਿੰਡ। ਸਰੀਨ ਸਾਹਿਬ ਤੁਸੀਂ ਕੰਪਲੀਟ ਕਰੋ, 1 ਮਿੰਟ ਮੇਰਾ ਲੈ ਲਿਓ ਪਲੀਜ਼। ਤੁਸੀਂ ਬਹੁਤ ਸਿਆਣੇ ਹੋ, ਤੁਸੀਂ ਮੈਨੂੰ ਇਹ ਦੱਸ ਦਿਓ ਜੀ, ਕਿਸਾਨ ਕੋਲੋਂ ਆੜਤੀਏ ਥਰੂ ਪ੍ਰੋਕਿਉਰਮੈਂਟ ਕੀਤੀ ਸਰਕਾਰ ਏਜੰਸੀ ਨੇ, ਇਹੀ ਸਿਸਟਮ ਹੈ ਨਾ। ਮੈਂ ਪੁੱਛ ਰਿਹਾ ਜਿਹੜੀ ਬਾਹਰੋਂ ਕਣਕ ਔਰ ਝੋਨਾ ਆਂਦਾ ਹੈਗਾ, ਆੜਤੀਆ ਕਿਹਨੂੰ ਵੇਚਦਾ? ਸਰਕਾਰ ਨੂੰ। ਸਰਕਾਰ ਜਦੋਂ ਪੇਮੈਂਟ ਕਰਦੀ ਹੈ ਉਹਦੀ, ਉਹ ਆੜਤੀਆ ਕਿਹੜੇ ਖਾਤੇ 'ਚ ਪਾਉਂਦਾ? ਠੀਕ, ਆਪਾਂ ਜਵਾਬ ਲੈ ਲਈਏ, ਸਮਾਂ ਬਹੁਤ ਪੂਰਾ। ਪ੍ਰਿੰਸ ਜੀ ਸਰ 20 ਸੈਕਿੰਡਸ ਨੇ ਮੇਰੇ ਕੋਲ, ਪਲੀਜ਼ ਤੁਸੀਂ ਜਵਾਬ ਦਿਓ। ਜਿਹੜੀ ਇਹ 50 ਲੱਖ ਮੈਟ੍ਰਿਕ ਟਨ ਦੀ ਗੱਲ ਕਰਦੇ ਆ, ਇਹ ਕੋਈ ਇਹੋ ਜੀ ਬਾਹਰੋਂ ਨਹੀਂ ਖਰੀਦੀ ਗਈ। ਜਿਹੜੇ ਕੁਝ ਫੜੇ ਗਏ ਸੀ ਪਿਛਲੇ ਸਾਲ, ਉਹਨਾਂ ਤੇ ਕਾਰਵਾਈ ਹੋਈ ਹੈ, ਠੀਕ ਹੈ ਜੀ। ਦੂਜੀ ਗੱਲ ਜਿਹੜੀ ਤੁਸੀਂ ਕਹੀ ਕਿ ਜਿਹੜੀ ਇਹਨਾਂ ਦੀ ਮਨਸ਼ਾ ਹੈ ਕਿ ਹਰ ਇੱਕ ਰਿਕਾਰਡ ਹੋਏਗਾ ਕਿ 1 ਲੱਖ ਮੈਟ੍ਰਿਕ ਟਨ ਆ ਜਾਂ 1.5 ਲੱਖ ਆ, ਉਹ ਗੱਲ ਸੁਣ ਲਓ ਸਰੀਨ ਸਾਹਿਬ, ਮੈਂ ਤੁਹਾਡੇ 'ਚ ਨਹੀਂ ਬੋਲਿਆ, ਗੱਲ ਸੁਣ ਲਓ ਪਹਿਲਾਂ। ਸਰਕਾਰੀ ਰਿਕਾਰਡ ਠੀਕ ਹੈ, ਕੰਪਲੀਟ ਕਰ ਲੈਣ ਦਿਓ। ਉਹਦਾ ਇੱਕ ਸਿਸਟਮ ਹੁੰਦਾ, ਆਪਾਂ ਇਹ
ਆਪਾਂ ਉਹਦੇ 'ਚ ਇੱਕ ਸਿਸਟਮ ਹੁੰਦਾ ਗੌਰਵ ਜੀ, ਕਿਸੇ ਦੀ ਜ਼ਮੀਨਾਂ ਦੀਆਂ ਕਾਸ਼ਤਕਾਰ ਕੋਈ ਆ ਜੀ, ਮਾਲਕ ਕੋਈ ਹੈ, ਕੋਈ NRI ਆ, ਕੋਈ ਭਰਾਵਾਂ ਦੇ ਝਗੜੇ ਨੇ, ਕਿਤੇ ਵਰਬਲ ਠੇਕਾ ਚੱਲ ਰਿਹਾ ਵਾ, ਇਹਦੇ 'ਚ ਬੜੀਆਂ ਸਮੱਸਿਆਵਾਂ ਨੇ। ਸੋ ਇਹਨਾਂ ਨੂੰ ਥੋੜਾ ਜਿਹਾ ਗੰਭੀਰਤਾ ਦੇ ਨਾਲ ਸੋਚ ਕੇ ਫੈਸਲਾ ਲੈਣਾ ਚਾਹੀਦਾ ਕਿਸਾਨ ਦੇ ਹਿੱਤਾਂ ਲਈ, ਆੜ੍ਹਤੀਆਂ ਦੇ ਹਿੱਤਾਂ ਲਈ। ਲਾਜ਼ਮੀ ਤੌਰ ਤੇ ਇਸ ਦੇ ਉੱਤੇ ਗੱਲਬਾਤ ਹੋਣੀ ਚਾਹੀਦੀ ਹੈ। ਪੰਦੇਰ ਸਾਹਿਬ ਇੱਕ ਆਖਰੀ ਰਿਐਕਸ਼ਨ ਸਰ, ਮੇਰੇ ਕੋਲ ਸਮਾਂ ਖਤਮ ਹੋ ਰਿਹਾ, ਮੈਂ ਪੰਦੇਰ ਸਾਹਿਬ ਤੋਂ ਰਿਐਕਸ਼ਨ ਜ਼ਰੂਰ ਲੈਣਾ। ਪੰਦੇਰ ਸਾਹਿਬ, ਇਹ ਕਾਲਾ ਬਾਜ਼ਾਰੀ ਜੇਕਰ ਰੁਕਦੀ ਹੈ, ਬਿਹਾਰ ਯੂਪੀ ਤੋਂ ਆ ਕੇ ਪੰਜਾਬ 'ਚ ਜਿਹੜੀ ਕਣਕ ਵਿਕਦੀ ਹੈ, ਜੋ ਇਲਜ਼ਾਮ ਲੱਗਦੇ ਨੇ, ਜੇ ਰੁਕ ਗਈ, ਸਿੱਧੀ ਅਦਾਇਗੀ ਨਾਲ ਹੀ ਰੁਕੇ ਜਾਂ ਕਿਸੇ ਤਰੀਕੇ ਨਾਲ ਰੁਕੇ, ਪੰਜਾਬ ਦੇ ਕਿਸਾਨਾਂ ਨੂੰ ਫਾਇਦਾ ਹੋਏਗਾ ਇਸ ਦਾ ਜਾਂ ਨਹੀਂ? ਦੇਖੋ, ਜਿੰਨਾ ਚਿਰ ਕਿਸਾਨਾਂ ਸੇ ਜਿਹੜੀਆਂ ਸਮੱਸਿਆਵਾਂ ਨੂੰ ਤਾਂ ਹੱਲ ਨਹੀਂ ਨਾ ਕੀਤਾ ਜਾਂਦਾ, ਇਹ ਸਮੱਸਿਆ ਵਧੂਗੀ, ਹੱਲ ਨਹੀਂ ਹੋਣਾ। ਕੇਂਦਰ ਦਾ ਐਕਟ ਲਾਗੂ ਉਹਦੇ ਤਹਿਤ ਤੁਸੀਂ ਬਾਹਰੋਂ ਕਣਕ ਝੋਨਾ ਲਿਆਉਣੋਂ ਨਹੀਂ ਰੋਕ ਸਕਦੇ। ਪੰਜਾਬ ਸਰਕਾਰ ਵੀ ਕੋਈ ਕਾਨੂੰਨ ਨਹੀਂ ਬਣਾ ਰਹੀ। ਤੀਜਾ, ਜਿਹੜਾ ਹਰਿਆਣਾ ਗਵਰਨਮੈਂਟ ਦਾ ਪੈਟਰਨ ਹੈ, ਉੱਥੇ ਪਿਛਲੇ ਸਾਲ 22% ਸਰਕਾਰੀ ਖਰੀਦ ਘੱਟ ਹੋਈ ਆ, ਔਨ ਰਿਕਾਰਡ ਆ ਜੀ। ਇਹ ਦੱਸਦੇ ਨਹੀਂ ਹੈਗੇ। ਉੱਥੇ ਪ੍ਰਾਈਵੇਟਾਈਜੇਸ਼ਨ ਨਾਲ ਵੱਧ ਜਾ ਰਹੀ ਮੰਡੀ, ਇੱਥੇ ਵੀ ਇਹੋ ਕੁਝ ਹੋਣਾ ਵਾ ਜੋ ਸਾਨੂੰ। ਤੀਸਰਾ, ਅਸੀਂ ਫਰਦ ਵਾਲੀ ਗੱਲ ਤੇ ਜੋ ਮਰਜ਼ੀ ਹੋ ਜੇ ਬਿਲਕੁਲ ਤਿੱਖਾ ਸੰਘਰਸ਼ ਕਰਾਂਗੇ। ਫਰਦ ਵਾਲੀ ਗੱਲ ਨੇ ਕਿਸਾਨ ਨੂੰ ਉਜਾੜਨਾ ਵਾ, ਸਰਕਾਰ ਰਹਿ ਜਣੀ ਪਾਸੇ। ਆੜਤੀਆਂ ਦੀ ਆਪਣੀ ਸਮੱਸਿਆ, ਸਾਡੀ ਆਪਣੀ ਸਮੱਸਿਆ, ਅਸੀਂ ਆਪਣੇ ਅਕਲੀ ਸੰਘਰਸ਼ ਕਰਾਂਗੇ। ਇਹ ਮਸਲੇ ਦਾ ਹੱਲ ਨਹੀਂ ਹੈਗਾ ਜੀ। ਚਲੋ ਸ਼ੁਕਰੀਆ ਪੰਦੇਰ ਸਾਹਿਬ, ਬਹੁਤ ਬਹੁਤ ਧੰਨਵਾਦ। ਸਰੀਨ ਸਾਹਿਬ ਤੁਹਾਡਾ ਵੀ ਧੰਨਵਾਦ, ਤੇ ਖੁੱਲਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਚਰਚਾ ਦੇ ਵਿੱਚ ਸ਼ਾਮਿਲ ਹੋਣ ਦੇ ਲਈ। ਪੂਰੇ ਮਾਮਲੇ ਦੇ ਵਿੱਚ ਇੱਕ ਚੀਜ਼ ਤਾਂ ਕਲੀਅਰ ਹੈ ਕਿ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਆਪੋ ਆਪਣੇ ਤਰਕ ਦੇ ਰਹੇ ਨੇ, ਪਰ ਕਿਸਾਨਾਂ ਦਾ ਤਰਕ ਇਹ ਹੈ ਕਿ ਕਿਸਾਨੀ ਅੰਦੋਲਨ ਦੇ ਵਿਚਾਲੇ ਤੁਹਾਨੂੰ ਕੀ ਜ਼ਰੂਰਤ ਪੈਗੀ ਕਿ ਤੁਸੀਂ ਸਿੱਧੀ ਅਦਾਇਗੀ ਵਾਲਾ ਪੂਰਾ ਫਾਰਮੂਲਾ ਲਾਗੂ ਕਰਨਾ ਚਾਹੁੰਦੇ ਹੋ। ਤੇ ਦੂਜਾ, ਕਿਉਂਕਿ ਲੈਂਡ ਰਿਕਾਰਡ ਜਿਹੜੇ ਮੰਗੇ ਗਏ ਨੇ ਉਸ ਦੇ ਲਈ ਜ਼ਰੂਰ ਕੁਝ ਸਮਾਂ ਦਿੱਤਾ ਗਿਆ, ਕਰੀਬ 6 ਮਹੀਨੇ ਦਾ ਹੋਰ ਕੇਂਦਰ ਦੀ ਸਰਕਾਰ ਦੇ ਵੱਲੋਂ। ਪਰ ਪੰਦੇਰ ਸਾਹਿਬ ਜ਼ਿਕਰ ਕਰ ਗਏ ਕਿ ਅਸੀਂ ਨਹੀਂ ਦੇਣੀਆਂ ਫਰਦਾਂ, ਤੇ ਜੇਕਰ ਕੇਂਦਰ ਸਰਕਾਰ ਇਹ ਲਾਗੂ ਕਰੇਗੀ ਤਾਂ ਤਿੱਖਾ ਸੰਘਰਸ਼ ਹੋਏਗਾ। ਅੱਜ ਕੱਲ ਤਿੱਖਾ ਸੰਘਰਸ਼ ਕੀ ਹੋਏਗਾ ਦੱਸਣ ਦੀ ਜ਼ਰੂਰਤ ਨਹੀਂ ਹੈ, ਜਿਸ ਤਰੀਕੇ ਨਾਲ ਅਸੀਂ ਪਿਛਲੇ 6 ਮਹੀਨਿਆਂ 'ਚ ਦੇਖਿਆ ਇਹ ਸੰਘਰਸ਼। ਫਿਲਹਾਲ ਇਸ ਚਰਚਾ ਦੇ ਵਿੱਚ ਇੰਨਾ ਹੀ, ਇਜਾਜ਼ਤ ਦਿਓ, ਧੰਨਵਾਦ।